ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਇੱਕ ਖਾਸ ਮੁੱਦੇ ਤੇ ਚਰਚਾ ਲੈ ਕੇ ਹਾਜ਼ਰ ਹਾਂ। ਹਿਸਟਰੀ ਦੀ ਕਿਤਾਬ ਜਿਹਦਾ ਰੌਲਾ ਬੜਾ ਪਿਆ ਸੀਗਾ ਕਿ 11ਵੀਂ ਤੇ 12ਵੀਂ ਦੀ ਜਮਾਤ ਦੀ ਜਿਹੜੀ ਇਤਿਹਾਸ ਦੀ ਕਿਤਾਬ ਸੀ ਉਸ ਦੇ ਨਾਲ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਹੋਇਆ, ਸਿੱਖ ਧਰਮ ਦੇ ਇਤਿਹਾਸ ਨਾਲ ਛੇੜਛਾੜ ਹੋਇਆ, ਗੁਰੂਆਂ ਦੇ ਇਤਿਹਾਸ ਨਾਲ ਛੇੜਛਾੜ ਹੋਇਆ। ਕਿਤਾਬ ਵਿਡਰਾਅ ਕਰ ਲਈ ਗਈ, ਇੱਕ ਕਮੇਟੀ ਬਣਾਈ ਗਈ ਜੋ ਨਵੀਂ ਕਿਤਾਬ ਬਣਾਏਗੀ, ਜੋ ਸਿਲੇਬਸ ਨਵਾਂ ਲਿਖੇਗੀ ਔਰ ਉਹ ਵਿਦਿਆਰਥੀਆਂ ਦੇ ਵਿੱਚ ਵੰਡਿਆ ਜਾਏਗਾ। ਪਰ ਬਦਕਿਸਮਤੀ ਦੇ ਨਾਲ ਸੈਸ਼ਨ ਖਤਮ ਹੋਣ ਦੀ ਕਗਾਰ ਤੇ ਹੈ ਔਰ ਕਿਤਾਬਾਂ ਹਾਲੇ ਤੱਕ ਬੱਚਿਆਂ ਨੂੰ ਨਹੀਂ ਮਿਲੀਆਂ। ਉਹ ਗੱਲ ਵੱਖਰੀ ਕਿ ਆਨਲਾਈਨ ਜਿਹੜੀ ਕਿਤਾਬਾਂ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ 11ਵੀਂ ਜਮਾਤ ਦਾ 1 ਚੈਪਟਰ ਤੇ 12ਵੀਂ ਜਮਾਤ ਦੇ 5 ਚੈਪਟਰ ਜਿਹੜੇ ਨੇ ਆਨਲਾਈਨ ਪਾਏ ਗਏ ਨੇ। ਪਰ ਵੱਡਾ ਸਵਾਲ ਇਹ ਹੈ ਕਿ ਜਿਹੜੇ ਚੈਪਟਰ ਪਾਏ ਗਏ ਨੇ ਕਿ ਵਾਕਈ ਉਹ ਪੜ੍ਹਾਉਣ ਲਾਇਕ ਨਹੀਂ। ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਇੱਕ ਗੱਲ ਹੋਰ ਦਾ ਵਾਅਦਾ ਕਰਦੀ ਹੈ ਕਿ ਉਹ ਪੜ੍ਹਾਏ ਜਾ ਰਹੇ ਨੇ। ਪੰਜੇ ਦੇ ਪੰਜੇ ਚੈਪਟਰ ਸਾਰੇ ਸਕੂਲਾਂ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ। ਪਰ ਉਸ ਤੋਂ ਵੀ ਵੱਡੀ ਗੱਲ, ਜਿਹੜੇ ਚੈਪਟਰ ਪੜ੍ਹਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਵੱਡੇ ਬਲੰਡਰ ਨੇ। ਸਿੱਖ ਵਿਦਵਾਨ ਇਹ ਕਹਿ ਰਹੇ ਨੇ ਕਿ ਇਹ ਸਿੱਖ ਇਤਿਹਾਸ ਹੈ ਹੀ ਨਹੀਂ ਹੈ। ਸਿੱਖ ਇਤਿਹਾਸ ਦੇ ਨਾਲ ਅਜਿਹਾ ਕੋਝਾ ਮਜ਼ਾਕ ਕੀਤਾ ਗਿਆ ਜਿਸ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ। ਆਨਲਾਈਨ ਇਹ ਇਤਿਹਾਸ ਦੀ ਕਿਤਾਬ ਪਾਈ ਗਈ ਹੈ ਔਰ ਉਸ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੇ। ਸਾਡੇ ਨਾਲ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਮੌਜੂਦ ਨੇ, ਜਿਨ੍ਹਾਂ ਨੇ ਪਹਿਲਾਂ ਵੀ ਬੜੀ ਸਰਗਰਮ ਭੂਮਿਕਾ ਨਿਭਾਈ ਸੀ। ਕਿਤਾਬ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਆਹ ਗਲਤੀਆਂ ਨੇ ਔਰ ਸਰਕਾਰ ਨੂੰ ਮਜਬੂਰਨ ਵਸ ਉਹ ਵਿਡਰਾਅ ਕਰਨੀ ਪਈ ਸੀ ਕਿਤਾਬ ਔਰ ਇੱਕ ਕਮੇਟੀ ਬਣਾਈ ਗਈ ਸੀ। ਪਰ ਹੁਣ ਇਹ ਸਮਝ ਨਹੀਂ ਆਉਂਦਾ ਜੇ ਕਮੇਟੀ ਬਣਾਈ ਗਈ, ਜੇ ਇਹ ਸਾਰੇ ਸਬਜੈਕਟ ਜਿਹੜੇ ਇਹ ਅਧਿਆਏ ਪਾਏ ਗਏ ਨੇ ਜੇਕਰ ਕਮੇਟੀ ਦੀ ਅਪਰੂਵਲ ਹੈ ਤਾਂ ਇਹ ਖਤਰਾ ਹੋਰ ਵੀ ਵੱਧਦਾ, ਮੁੱਦਾ ਹੋਰ ਵੀ ਗੰਭੀਰ ਹੈ। ਜੇ ਅਪਰੂਵਲ ਉਹਨਾਂ ਦੀ ਨਹੀਂ ਹੈ, ਜੇ ਉਹਨਾਂ ਨੂੰ ਦਿਖਾਏ ਬਿਨਾਂ ਇਹ ਚੈਪਟਰ ਪਾਏ ਗਏ ਨੇ, ਫਿਰ ਸਵਾਲ ਖੜਾ ਹੁੰਦਾ ਕਿ ਇੰਨੀ ਜ਼ਰੂਰਤ ਕਿਸ ਦੀ ਹੋਗੀ ਕਿ ਕਮੇਟੀ ਬਣਾਏਗੀ ਜਿਸ ਲਈ ਉਹਨੂੰ ਬਿਨਾਂ ਪੁੱਛੇ ਇਹ ਚੈਪਟਰ ਪਾ ਦਿੱਤੇ ਗਏ। ਇਸ ਤੇ ਹੀ ਚਰਚਾ ਕਰਾਂਗੇ। ਸਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੇ। ਚੀਮਾ ਸਾਹਿਬ, ਗੱਲ ਇਹ ਹੈ ਕਿ ਤੁਸੀਂ ਪਿਛਲੀ ਵਾਰੀ ਇਹ ਕਿਹਾ ਸੀਗਾ ਕਿ ਇਸ ਕਿਤਾਬ ਦੇ ਵਿੱਚ ਤਰੁੱਟੀਆਂ ਨੇ ਔਰ ਤਰੁੱਟੀਆਂ ਮੰਨੀਆਂ ਵੀ ਗਈਆਂ, ਸਾਰੇ ਇਤਿਹਾਸਕਾਰਾਂ ਨੇ ਮੰਨੀਆਂ। ਇੱਕ ਕਮੇਟੀ ਬਣਾ ਦਿੱਤੀ ਗਈ, ਕਮੇਟੀ ਨੂੰ ਕਿਹਾ ਗਿਆ ਕਿ ਤੁਸੀਂ ਪ੍ਰਵਾਨਿਤ ਕਰੋ ਔਰ ਅਧਿਆਏ ਉਹ ਪਾਏ ਜਾਣਗੇ। ਅਧਿਆਏ ਹੁਣ ਆਨਲਾਈਨ ਪਾ ਦਿੱਤੇ ਗਏ ਨੇ, ਤੁਸੀਂ ਹਲੇ ਵੀ ਕਿੰਤੂ ਪਰੰਤੂ ਕਰ ਰਹੇ ਹੋ। ਮਤਲਬ ਪਹਿਲੀ ਕਿਤਾਬ ਤੁਹਾਡੀ ਵਿਡਰਾਅ ਹੋ ਗਈ ਜੋ ਤੁਹਾਡੇ ਕਹਿਣ ਤੇ, ਦੁਬਾਰਾ ਕਮੇਟੀ ਬਣਾਤੀ, ਕਮੇਟੀ ਨੇ ਜੋ ਅਧਿਆਏ ਪਾਏ ਤੁਸੀਂ ਉਸ ਤੇ ਵੀ ਕਿੰਤੂ ਪਰੰਤੂ ਕਰ ਰਹੇ ਹੋ। ਕਿਉਂਕਿ ਤੁਹਾਡੀ ਸਰਕਾਰ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਨੇ ਤਾਂ ਸਿਆਸਤ ਕਰਨੀ ਹੈ, ਭਾਵੇਂ ਜਿਵੇਂ ਮਰਜ਼ੀ ਕਰਨ। ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ ਕਿ ਪਹਿਲਾਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਹਿਸਟਰੀ ਦੀ ਕਿਤਾਬ ਦਾ ਬਣਾਈ ਸੀ, ਜਿਹਦਾ ਬੜਾ ਪ੍ਰਚਾਰ ਕੀਤਾ ਗਿਆ ਸੀ ਕਿ ਬੋਰਡ ਵੱਲੋਂ ਪਹਿਲੀ ਵਾਰੀ ਬਣਾਈ ਜਾ ਰਹੀ ਹੈ। ਉਦੋਂ ਮੈਂ ਇਹ ਪੁਆਇੰਟ ਆਊਟ ਕੀਤਾ ਸੀ ਕਿ ਸਿੱਖ ਇਤਿਹਾਸ ਤੇ ਪੰਜਾਬ ਦਾ ਇਤਿਹਾਸ ਇਸ ਕਿਤਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹਦੇ ਤੇ ਕਈ ਦਿਨ ਰੌਲਾ ਪੈਂਦਾ ਰਿਹਾ, ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਕਿ ਜੋ ਕੁਝ ਹੋਇਆ ਡਾਕਟਰ ਚੀਮਾ ਦੇ ਟਾਈਮ ਤੇ ਹੋਇਆ। ਕੱਲਾ ਕੱਲਾ ਤੱਥ ਮੈਂ ਤੁਹਾਡਾ ਵੀ ਧੰਨਵਾਦ ਕਰਦਾ, ਡਿਬੇਟਾਂ ਹੋਈਆਂ, ਮੀਡੀਆ ਦੇ ਵਿੱਚ ਬੜੀ ਲੰਬੀ ਡਿਸਕਸ਼ਨ ਚੱਲੀ। ਅਖੀਰ ਤੇ ਆ ਕੇ ਸਰਕਾਰ ਨੂੰ ਮੰਨਣਾ ਪਿਆ ਕਿ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਠੀਕ ਹੈ। ਸਿਲੇਬਸ ਸਾਰਾ ਕੱਢ ਦਿੱਤਾ ਗਿਆ ਸੀ। ਪੁਰਾਣੀ ਕਿਤਾਬ ਜਿਹੜੀ ਬਣਾਈ ਗਈ ਸੀ ਉਹ ਰੱਦੀ ਦੀ ਟੋਕਰੀ ਦੇ ਵਿੱਚ 50,000 ਛਪੀ ਛਪਾਈ ਕਿਤਾਬ ਰੱਖੀ ਗਈ ਔਰ ਫਿਰ ਫੈਸਲਾ ਹੋਇਆ ਕਿ ਇੱਕ ਕਮੇਟੀ ਵਿਦਵਾਨਾਂ ਦੀ ਬਣਾਈ ਜਾਏਗੀ ਜਿਹੜੀ ਨਵੇਂ ਸਿਰੇ ਤੋਂ ਸਿਲੇਬਸ ਤਿਆਰ ਕਰੇਗੀ। ਉਸ ਕਮੇਟੀ ਦੇ ਵਿੱਚ ਬੜੇ ਵੱਡੇ ਵਿਦਵਾਨ ਨੇ, ਅਸੀਂ ਵੀ ਸਵਾਗਤ ਕੀਤਾ ਸੀ ਕਿ ਕਮੇਟੀ ਅੱਛਾ ਕੰਮ ਕਰੇ। ਕਮੇਟੀ ਨੇ ਬਣਦਿਆਂ ਸਾਰੀ ਜਿਹੜੀ ਮੇਰੀ ਐਲੀਗੇਸ਼ਨ ਸੀ ਉਹਦੀ ਪ੍ਰੋੜਤਾ ਕਰ ਦਿੱਤੀ ਸੀ ਕਿ ਵਾਕਈ ਉਹ ਕਿਤਾਬ ਜਿਹੜੀ ਰੌਲਾ ਪਿਆ ਉਹ ਬੱਚਿਆਂ ਤੋਂ ਪੜ੍ਹਾਉਣ ਲਾਇਕ ਨਹੀਂ ਹੈ, ਉਹ ਰੱਦ ਕਰ ਦਿੱਤੀ ਜਾਵੇ, ਨਵਾਂ ਸਿਲੇਬਸ ਕਮੇਟੀ ਤਿਆਰ ਕਰਕੇ ਦੇਏਗੀ। ਫੈਸਲਾ ਪਹਿਲਾਂ ਇਹ ਹੋਇਆ ਸੀ ਕਿ ਇਸ ਵਾਰੀ ਪੁਰਾਣਾ ਜਿਹੜਾ ਹੈਗਾ ਉਹ ਕੰਟੀਨਿਊ ਕੀਤਾ ਜਾਏਗਾ ਤੇ ਅੱਗੋਂ ਨਵੀਂ ਕਿਤਾਬ ਜਿਹੜੀ ਹੈ ਉਹ ਬਣਾ ਲਈ ਜਾਏ। ਪਰ ਮੈਨੂੰ ਨਹੀਂ ਸਮਝ ਲੱਗਦਾ ਕਿ ਸਰਕਾਰ ਦੇ ਵਿੱਚ ਕੌਣ ਇਹ ਭੂਮਿਕਾ ਨਿਭਾ ਰਿਹਾ, ਕੌਣ ਮੁੱਖ ਮੰਤਰੀ ਤੋਂ ਉੱਪਰ ਹੈ ਕਿ ਕਮੇਟੀ ਬਣਾਉਣ ਦੇ ਬਾਵਜੂਦ ਵੀ ਜਿਹੜਾ ਸੁਝਾਅ ਕਮੇਟੀ ਨੇ ਦਿੱਤਾ ਉਹ ਪ੍ਰਵਾਨ ਨਹੀਂ ਹੋਇਆ। ਕਿਸੇ ਦੇ ਹੁਕਮ ਆਏ, ਇਹ ਹੁਣ ਸਿੱਖਿਆ ਮੰਤਰੀ ਦੱਸ ਸਕਦੇ ਕਿ ਉਹਨਾਂ ਦੇ ਹੁਕਮ ਹੈ ਜਾਂ ਉਹਨਾਂ ਦੇ ਕਿਸੇ ਅਫਸਰ ਦੇ ਹੁਕਮ ਹੈ ਕਿ ਹੁਣ ਅਸੀਂ ਇੱਕ ਇੱਕ ਚੈਪਟਰ ਬਣਾਵਾਂਗੇ, ਉਹ ਨਾਲ ਨਾਲ ਪਾਵਾਂਗੇ, ਕੋਈ ਇਤਰਾਜ਼ ਨਹੀਂ। ਵੈਸੇ ਤਾਂ ਬੱਚਿਆਂ ਕੋਲ ਕਿਵੇਂ ਜਾਊਗਾ ਪੈਸਾ, ਤੁਸੀਂ ਇੱਕ ਨਹੀਂ ਦੇ ਰਹੇ ਸਕੂਲਾਂ ਨੂੰ। ਤੁਸੀਂ 50 ਪੇਜ ਦਾ ਇੱਕ ਚੈਪਟਰ ਪਾਉਂਦੇ ਹੋ, 50 ਬੱਚੇ ਆ, ਉਹਦੀ 2,500 ਫੋਟੋਸਟੇਟ ਕਾਪੀ ਆਉਣੀ ਹੈ, ਉਹ ਕੌਣ ਪੈਸੇ ਦਿਆ ਕਰੂਗਾ ਹਰ ਹਫ਼ਤੇ। ਪਰ ਇਹ ਵੀ ਨਹੀਂ ਮੈਂ ਸਮਝਦਾ ਕਿਉਂਕਿ ਥੱਲੇ ਬਹੁਤ ਮਾੜੀ ਹਾਲਤ ਹੈ, ਮੈਨੂੰ ਸਾਰੀ ਸਤਾਈ ਹੈ, ਮੈਂ ਉਸ ਪਾਸੇ ਨਹੀਂ ਜਾਂਦਾ। ਹੁਣ ਇਸ ਵੇਲੇ ਮਹੀਨਾ ਜਿਹੜਾ ਨਵੰਬਰ ਦਾ ਚੜ੍ਹਨ ਵਾਲਾ, ਦਸੰਬਰ 'ਚ ਸਿਲੇਬਸ ਖਤਮ ਹੋ ਜਾਂਦਾ ਜੀ। ਕਿੱਡੀ ਵੱਡੀ ਕ੍ਰਿਮੀਨਲ ਨੈਗਲੀਜੈਂਸ ਹੈ। ਮੈਂ ਸਮਝਦਾ ਇਹ ਕੇਸ ਰਜਿਸਟਰ ਕਰਕੇ ਅੰਦਰ ਕਰਨੇ ਚਾਹੀਦੇ ਆ ਅਧਿਕਾਰੀ ਜਿਹੜੇ ਵੀ ਇਹਦੇ ਵਾਸਤੇ ਜ਼ਿੰਮੇਵਾਰ ਹੈ ਕਿ ਹਾਲੇ 11ਵੀਂ ਦਾ ਇੱਕ ਚੈਪਟਰ ਸਿਰਫ ਬੱਚਿਆਂ ਕੋਲੇ ਪਹੁੰਚਿਆ, ਸਾਰੀ ਕਿਤਾਬ ਤੋਂ ਇੱਕ ਚੈਪਟਰ
2 ਮਹੀਨਿਆਂ ਬਾਅਦ ਸਿਲੇਬਸ ਖਤਮ ਹੋ ਜਾਣਾ। ਜਨਵਰੀ ਫਰਵਰੀ ਦੇ ਵਿੱਚ ਪ੍ਰੀ ਬੋਰਡ ਐਗਜ਼ਾਮੀਨੇਸ਼ਨ ਸ਼ੁਰੂ ਹੋ ਜਾਂਦੇ ਜੀ। ਇੱਕ ਚੈਪਟਰ 11ਵੀਂ ਦਾ ਹਾਲ ਤੱਕ ਬੱਚੇ ਤੱਕ ਪਹੁੰਚਾ। ਸਾਰਾ ਸਾਲ ਬੱਚੇ ਵਿਹਲੇ ਬੈਠੇ ਆ, ਨਾ ਕਿਤਾਬ ਨਾ ਸਿਲੇਬਸ, ਬੱਚਿਆਂ ਕੋਲੇ ਕੋਈ ਚੀਜ਼ ਨਹੀਂ। 12ਵੀਂ ਜਮਾਤ ਦੇ ਹੁਣ ਤੱਕ 5 ਚੈਪਟਰ, 11 ਚੈਪਟਰ ਦਾ ਸਿਲੇਬਸ ਬਣਾਇਆ ਇਹਨਾਂ ਨੇ ਆਪ, ਸਿਰਫ 5 ਚੈਪਟਰ, 2 ਮਹੀਨੇ ਰਹਿ ਗਏ। ਮਤਲਬ ਅੱਧਿਓਂ ਵੱਧ ਕਿਤਾਬ ਹਾਲੇ ਤੱਕ ਨਹੀਂ ਬਣੀ। ਅਸੀਂ ਤਾਂ ਇੱਥੇ ਤੱਕ ਪਹਿਲਾਂ ਸੁਣਿਆ ਤਾਂ ਕਿ ਦੱਸੋ, ਸੁਣਿਆ ਕਦੀ ਇਤਿਹਾਸ ਦੇ ਵਿੱਚ ਵਿਦਿਆਰਥੀਆਂ ਨੇ ਐਪਲੀਕੇਸ਼ਨ ਦੇ ਕੇ ਆਪਣੇ ਸਬਜੈਕਟ ਚੇਂਜ ਕਰਨ ਦੀ ਵੀ ਗੱਲ ਦੇਖੋ, ਕੀਤੀ ਮੇਰੇ ਹੈ ਕੋਲ ਕਿ ਸਾਡਾ ਸਬਜੈਕਟ ਚੇਂਜ ਕਰ ਦਿਓ, ਸਾਨੂੰ ਨਹੀਂ ਮੇਰੇ ਲੱਗਦਾ ਕੋਲ ਕਿਤਾਬ ਸਬੂਤ ਆਏਗੀ। ਨੇ ਕਿ ਲੁਧਿਆਣੇ ਦੇ ਇੱਕ ਸਕੂਲ ਦੇ ਵਿੱਚ ਮੈਨੂੰ ਪੇਰੈਂਟਸ ਦਾ ਫੋਨ ਆਇਆ, ਮੈਂ ਕਿਹਾ ਜੀ ਮੈਨੂੰ ਵੀ ਅਰਜੀ ਭੇਜ ਦਿਓ। ਉਹਨਾਂ ਨੇ ਲਿਖ ਕੇ ਕਿ ਸਾਡੇ ਕੋਲੇ ਨਾ ਕਿਤਾਬ ਹੈ ਨਾ ਸਿਲੇਬਸ ਹੈ, 4-4 ਮਹੀਨੇ ਹੋ ਗਏ। ਬੱਚਿਆਂ ਨੇ ਹਿਸਟਰੀ ਦੇ ਜਿਹੜੇ ਹੈਗੇ ਆ ਚੰਗੇ ਸਕੂਲ ਜਿਹੜੇ ਆ, ਉਹਨਾਂ ਨੇ ਆਪਣੇ ਬੱਚਿਆਂ ਦੇ ਸਬਜੈਕਟ ਚੇਂਜ ਕਰਾ ਦਿੱਤੇ ਕਿ ਜਿਹੜੇ ਆ ਤੁਸੀਂ ਕੋਈ ਹੋਰ ਸਬਜੈਕਟ ਲੈ ਲਓ। ਇਹ ਤਾਂ ਪਹਿਲਾ ਨੁਕਸਾਨ ਹੋਇਆ। ਇੱਕ ਗੱਲ ਮੈਂ ਤੁਹਾਨੂੰ ਹਾਲੇ ਦੱਸਣੀ ਭੁੱਲ ਗਿਆ ਕਿ 3 ਵਿਸ਼ਿਆਂ ਦੇ ਵਿੱਚ ਜਿਹੜੇ ਆ ਬੋਰਡ ਦੇ ਸਬਜੈਕਟ ਪੜ੍ਹਾਏ ਜਾਂਦੇ ਆ, ਇੰਗਲਿਸ਼, ਹਿੰਦੀ, ਪੰਜਾਬੀ। ਪੰਜਾਬੀ ਦੇ ਤੇ ਜਿਹੜੇ ਇੰਗਲਿਸ਼ ਦੇ ਉਹ ਤਾਂ 5 ਚੈਪਟਰ ਪੈ ਗਏ, ਹਿੰਦੀ ਦਾ ਹਾਲ ਤੱਕ 1 ਚੈਪਟਰ ਨਹੀਂ ਪਿਆ। ਅੱਛਾ, ਜਿਹੜੇ ਬੱਚੇ ਹਿੰਦੀ ਮੀਡੀਅਮ ਚ ਪੜ੍ਹ ਰਹੇ ਆ, ਬਹੁਤ ਸਾਰੇ ਸਕੂਲ ਆ ਜਿੱਥੇ ਬੱਚੇ ਹਿੰਦੀ ਮੀਡੀਅਮ ਚ ਪੜ੍ਹਦੇ ਆ, ਸ਼ਹਿਰਾਂ ਦੇ ਵਿੱਚ ਹੈ। ਜੀ ਜੀ ਜੀ। ਉਹਨਾਂ ਬੱਚਿਆਂ ਕੋਲ ਹਾਲੇ 1 ਚੈਪਟਰ ਵੀ ਨਹੀਂ ਗਿਆ। ਤੁਸੀਂ ਮੈਨੂੰ ਦੱਸੋ ਕਿ ਇਹਨਾਂ ਲੋਕਾਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਕਿ ਨਹੀਂ, ਜਿਨ੍ਹਾਂ ਨੇ ਬੱਚਿਆਂ ਦਾ ਸਾਲ ਖਰਾਬ ਕੀਤਾ ਹਿਸਟਰੀ ਦੀ ਕਿਤਾਬ ਦਾ, ਇਹਨਾਂ ਦੇ ਹੋਣਾ ਚਾਹੀਦਾ ਕਿ ਨਹੀਂ? ਅੱਛਾ, ਇੱਕ ਗੱਲ ਚੀਮਾ ਸਾਹਿਬ ਮੈਨੂੰ ਥੋੜੀ ਜਿਹੀ ਜਾਣਕਾਰੀ ਇਹ ਵੀ ਦਿਓ। ਇੱਕ ਹੁੰਦਾ ਕਿ ਅਧਿਆਏ ਪੈਣਾ, ਚੈਪਟਰ ਪੈਣਾ, ਇੱਕ ਹੁੰਦਾ ਸਿਲੇਬਸ ਪੈਣਾ। ਜੇ ਤਾਂ ਸਿਲੇਬਸ ਪੈ ਗਿਆ ਫਿਰ ਤਾਂ ਸ਼ਾਇਦ ਬੱਚਿਆਂ ਨੂੰ ਇਹ ਪਤਾ ਲੱਗ ਜਾਏ ਕਿ ਹਾਂ ਆਹ ਸਿਲੇਬਸ ਆ ਸਾਡਾ, ਇਹਦੇ ਚੋਂ ਪੇਪਰ ਆਣਾ। ਕਿ ਸਿਲੇਬਸ ਵੀ ਨਹੀਂ ਪਿਆ? ਦੇਖੋ, ਜਿਹੜਾ ਬੋਰਡ ਦਾ ਸਟੈਂਡ ਹੈ ਨਾ, ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦਾ ਸਟੈਂਡ ਹੈ, ਉਹ ਇਹ ਹੈ ਕਿ ਅਸੀਂ ਆਪਣੀ ਕਿਤਾਬ ਛਾਪਣੀ ਹੈ, ਅਸੀਂ ਪ੍ਰਾਈਵੇਟ ਕਿਤਾਬ ਛਾਪਣ ਨਹੀਂ ਦੇਣੀ। ਅੱਛਾ। ਪ੍ਰਾਈਵੇਟ ਕਿਤਾਬ ਤਾਂ ਛਪ ਸਕਦੀ ਸੀ ਜੇ ਸਿਲੇਬਸ ਟਾਈਮ ਸਿਰ ਪਿਆ ਹੁੰਦਾ। ਹੁਣ ਨਾ ਤਾਂ ਉਹਨਾਂ ਕੋਲ ਪ੍ਰਾਈਵੇਟ ਕਿਤਾਬ ਹੈ ਨਾ ਸਿਲੇਬਸ ਹੈ, ਤੇ ਬੰਦਾ ਪੜ੍ਹਾਏਗਾ ਕਿੱਥੋਂ? ਮਤਲਬ ਹੁਣ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਪੇਪਰ ਉਹਦਾ ਕਿਹਦੇ ਵਿੱਚੋਂ ਆਣਾ। ਇਹ ਅਫਸਰਾਂ ਦੀ ਜਿੱਦ ਹੈ। ਉਹ ਕਹਿੰਦੇ ਜੀ ਅਸੀਂ ਕਿਤਾਬ, ਬੋਰਡ 260 ਤੋਂ ਵੱਧ ਕਿਤਾਬਾਂ ਅੱਗੇ ਛਾਪਦਾ। ਜਿਹੜਾ ਮਾਰਕਾ ਮਾਰੇ ਨਾ ਅਫਸਰ, ਕ੍ਰੈਡਿਟ ਲੈ ਰਹੇ ਆ ਵੀ ਮੈਂ ਤਾਂ ਬੋਰਡ ਦੀ ਕਿਤਾਬ ਛਾਪਣ ਲੱਗਾ, ਉਹਨੂੰ ਕਹੋ ਜਿਹੜੀਆਂ 260 ਪਹਿਲਾਂ ਛਾਪਦੇ ਸੀ ਉਹ ਤੁਹਾਡੇ ਤੋਂ ਪਹਿਲੇ ਅਫਸਰ ਛਾਪਦੇ ਸੀ, ਤੁਸੀਂ ਕੋਈ ਨਵਾਂ ਕੰਮ ਨਹੀਂ ਕੀਤਾ। ਪਰ ਛਾਪੋ, ਹੋਰ ਛਾਪੋ, ਅਸੀਂ ਤਾਂ ਕਹਿੰਦੇ ਸਾਰੀਆਂ ਛਾਪੋ, ਪਰ ਛਾਪਣ ਜੋਗੇ ਵੀ ਤਾਂ ਹੋਵੋ ਨਾ। ਆ ਹੁਣ ਕੀ ਹੋਇਆ, ਕਿਤਾਬ ਤੁਹਾਡੇ ਕੋਲ ਤਿਆਰ ਨਹੀਂ, ਚੈਪਟਰ ਵਾਈਜ਼ ਤੁਸੀਂ ਚੱਲਦੇ ਪਏ। ਇੱਕ ਇੱਕ ਕਰਕੇ ਚੱਲਦੇ ਹਾਂ। ਹੁਣ ਤੁਹਾਡਾ ਗਿਲਾ ਕੀ ਹੈ? ਤੁਹਾਡਾ ਗਿਲਾ ਇਹ ਹੈ ਕਿ ਚੈਪਟਰ ਜਿਹੜੇ ਪਾਏ ਗਏ ਨੇ ਉਹ ਘੱਟ ਪਾਏ ਗਏ ਨੇ, ਜਾਂ ਤੁਹਾਡਾ ਗਿਲਾ ਇਹ ਹੈ ਕਿ ਜਿਹੜੇ ਚੈਪਟਰ ਪਾਏ ਗਏ ਨੇ ਉਹ ਠੀਕ ਨਹੀਂ ਨੇ? ਹੁਣ ਤਾਂ ਕੱਲੀ ਘੱਟ ਪਾਏ ਜਾਂ ਵੱਧ ਪਾਏ ਤਾਂ ਛੱਡੋ, ਜੋ ਪਾਏ ਗਏ, ਜੋ ਅਨਰਥ ਇਹਨਾਂ ਨੇ ਕੀਤਾ ਗੁਰੂਆਂ ਦੇ ਇਤਿਹਾਸ ਦੇ ਨਾਲ, ਉਹ ਮੈਂ ਤੁਹਾਨੂੰ ਹੁਣ ਪੜ੍ਹ ਕੇ ਦੱਸੂਗਾ ਤੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਕਿ ਇਹੋ ਜਿਹੀ ਵੀ ਕੋਈ ਪੰਜਾਬ ਦੀ ਧਰਤੀ ਦੇ ਵਿੱਚ ਜੁਰਤ ਕਰ ਸਕਦਾ ਕਿ ਸਾਡੇ ਗੁਰੂਆਂ ਦੇ ਇਤਿਹਾਸ ਨੂੰ ਇਸ ਪੱਧਰ ਤੱਕ ਜਿਹੜਾ ਨੀਵਾਂ ਕਰਾ ਸਕਦਾ, ਸਾਡਾ ਇਤਿਹਾਸ ਖਤਮ ਕਰ ਸਕਦਾ। ਇਹ ਤੁਹਾਨੂੰ ਹੁਣ ਮੈਂ ਆਪਣੇ ਕੋਲੋਂ ਕੁਝ ਨਹੀਂ ਬੋਲਾਂਗਾ। ਜੋ ਕੁਝ ਇਹ ਜਿਹੜੇ 5 ਚੈਪਟਰ ਹਿਸਟਰੀ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਾਏ ਜਾ ਰਹੇ ਆ, ਉਹਦੇ ਵਿੱਚ ਤੀਜਾ ਚੈਪਟਰ ਜਿਹੜਾ ਭੇਜਿਆ ਉਹਦੇ ਚ ਪਹਿਲੇ ਇਸ ਗੱਲ ਬਾਰੇ ਦੱਸੋ। ਪਹਿਲੀ ਨਵੀਂ ਖੋਜ ਆਈ ਹੈ। ਇਹ ਤੁਹਾਡੇ ਕੋਲ ਆਏ ਕਿੱਥੋਂ? ਇਹ ਜਿਹੜੇ ਬੋਰਡ ਨੇ ਸਕੂਲਾਂ ਨੂੰ ਭੇਜ ਦਿੱਤੇ ਆ, ਸਕੂਲਾਂ ਦੀ ਜਿਹੜੇ ਆਨਲਾਈਨ ਪੇ ਹੋਏ ਸਕੂਲ ਦੀ ਵੈਬਸਾਈਟ ਦੇ ਉੱਤੇ, ਹੁਣ ਚੈੱਕ ਕਰੋ, ਅੱਜ ਵੀ ਮੈਂ ਸ਼ਾਮੀ ਚੈੱਕ ਕੀਤੀ ਹੈ, ਸਕੂਲ ਦੀ ਵੈਬਸਾਈਟ ਦੇ ਉੱਤੇ ਆ। ਉੱਥੋਂ ਅਧਿਆਪਕ ਡਾਊਨਲੋਡ ਕਰਦਾ, ਉਹਦੀ ਕਾਪੀ ਕਰਦਾ ਤੇ ਉਹ ਬੱਚਿਆਂ ਨੂੰ ਪੜਾਉਂਦਾ। ਇਹ ਤਰੀਕਾ ਚੱਲ ਰਿਹਾ। ਇਹ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਚ ਆਪਾਂ ਸ਼ਹੀਦਾਂ ਦੇ ਸਰਤਾਜ ਜਦੋਂ ਗੱਲ ਕਰਦੇ ਆ ਤੇ ਆਪਣੇ ਆਪ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਮ ਜਿਹੜਾ ਜ਼ਬਾਨ ਦੇ ਉੱਤੇ ਆ ਜਾਂਦਾ। ਇਹ ਹੁਣ ਨਵੀਂ ਖੋਜ ਜਿਹੜੀ 12ਵੀਂ ਦੇ ਜਮਾਤ ਦੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨਹੀਂ ਹੋਈ। ਇਸ ਕਿਤਾਬ ਦੇ ਵਿੱਚ ਲਿਖਿਆ ਗਿਆ। ਇਹ ਦੱਸੋ ਵੀ ਇਸ ਪੰਜਾਬ ਦੀ ਧਰਤੀ ਦੇ ਉੱਤੇ, ਗੁਰੂਆਂ ਦੀ ਧਰਤੀ ਦੇ ਉੱਤੇ ਕੌਣ ਮੰਨ ਲਓ? ਆ ਮੈਂ ਪੜ੍ਹਦਾ, ਇਹ ਤੀਜਾ ਚੈਪਟਰ ਹੈ ਜੀ, 14 ਨੰਬਰ ਸਫਾ। ਸਿੱਖ ਰਵਾਇਤਾਂ ਅਨੁਸਾਰ ਜਹਾਂਗੀਰ ਵੱਲੋਂ ਮੌਤ ਦੀ ਸਜ਼ਾ ਦੇ ਹੁਕਮ ਦਾ ਕੋਈ ਜ਼ਿਕਰ ਨਹੀਂ ਹੈ। ਭਾਈ ਗੁਰਦਾਸ ਗੁਰੂ ਅਰਜਨ ਸਾਹਿਬ ਨੂੰ ਤਸੀਹਿਆਂ ਦੇ ਬਾਵਜੂਦ ਉਹਨਾਂ ਦੇ ਬੇਮਿਸਾਲ ਧੀਰਜ ਦੀ ਉਸਤਤ ਕਰਦੇ ਹਨ, ਪਰ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿੰਦੇ। ਇਹ ਲਿਖ ਰਿਹਾ ਕਿ ਭਾਈ ਗੁਰਦਾਸ ਵੀ ਨਹੀਂ ਕਹਿੰਦੇ ਕਿ ਉਹ ਸ਼ਹੀਦ ਹੋਏ। ਬਚਿੱਤਰ ਨਾਟਕ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਲਿਖਿਆ, ਜੋ ਕਿ 17ਵੀਂ ਸਦੀ ਦੇ ਅੰਤਮ ਦਹਾਕੇ ਵਿੱਚ ਲਿਖਿਆ ਗਿਆ ਸੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਪ੍ਰਸ਼ੰਸਾ ਕੀਤੀ ਗਈ ਹੈ, ਪਰ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ। ਇਹ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਬਚਿੱਤਰ ਨਾਟਕ ਲਿਖਿਆ ਉਹਦੇ ਚ ਗੁਰੂ ਤੇਗ ਬਹਾਦਰ ਸਾਹਿਬ ਇਸ ਹੱਦ ਤੱਕ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਨਹੀਂ ਹੋਏ। 18ਵੀਂ ਸਦੀ ਦੇ ਅੰਤਲੇ ਸਮੇਂ ਦੇ ਸਿੱਖ ਲੇਖਕ ਇਹ ਮੰਨਦੇ ਹਨ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ, ਜੋ ਉਹਨਾਂ ਨੇ ਦੇਣ ਤੋਂ ਨਾ ਕਰ ਦਿੱਤੀ, ਜਿਸ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ ਗਏ। ਇਹ ਕਹਿੰਦੇ ਕਿ ਤਸੀਹੇ ਦਿੱਤੇ ਗਏ ਆ, ਪਰ ਉਹਨਾਂ ਦੀ ਸ਼ਹਾਦਤ ਬਾਰੇ ਜ਼ਿਕਰ ਨਹੀਂ। ਅਖੀਰ ਦੇ ਉੱਤੇ ਵੀ ਹੈ ਕਿ ਇਸ ਤੋਂ ਪਹਿਲਾਂ 1645-46 ਵਿੱਚ ਲਿਖੇ ਦਾਬਿਸਤਾਨੇ ਮੁਜਾਹਿਦ ਦਾ ਕਰਤਾ ਮੁਹੰਮਦ ਦੱਸਦਾ ਹੈ
ਕਿ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਭਾਰੀ ਜੁਰਮਾਨਾ ਲਗਾਇਆ ਸੀ, ਜੋ ਕਿ ਇਸ ਪੁਸਤਕ ਦੇ ਅਨੁਸਾਰ ਉਹ ਭਰ ਨਹੀਂ ਸਕਦੇ ਸਨ। ਇਸ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ ਗਏ। ਔਰ ਅਖੀਰ ਤੇ ਕੀ ਕਹਿੰਦੇ ਆ, ਇਹ ਸਾਰੇ ਪ੍ਰਮਾਣ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੌਤ ਦੀ ਸਜ਼ਾ ਨੂੰ ਜੁਰਮਾਨੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹੁਣ ਦੱਸੋ ਵੀ ਕੌਣ ਮੰਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਨਹੀਂ ਹੋਏ। ਆ ਪੰਜਾਬ ਸਰਕਾਰ ਆਪਣਾ ਅਸੀਂ ਵਿਰਾਸਤੇ ਖਾਲਸਾ ਬਣਾਇਆ, ਉਹ ਤਾਂ ਅਸੀਂ ਸਰਕਾਰ ਨੇ ਇਤਿਹਾਸ ਪੜ੍ਹ ਕੇ ਬਣਾਇਆ ਨਾ। ਉੱਥੇ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਜਦੋਂ ਦਿਖਾਉਣੀ ਹੁੰਦੀ ਤੇ ਤੱਤੀ ਤਵੀ ਦਾ ਬਾਹਰ ਉੱਥੇ ਪੂਰਾ ਸੀਨ ਕ੍ਰੀਏਟ ਕੀਤਾ ਗਿਆ, ਦਿਖਾਇਆ ਗਿਆ ਕਿ ਤੱਤੀਆਂ ਤਵੀਆਂ ਤੇ ਉੱਤੇ ਨਹੀਂ ਪਰ ਇੱਕ ਗੱਲ ਚੀਮਾ ਸਾਹਿਬ, ਦਾਦੀਆਂ ਨਾਨੀਆਂ ਤੋਂ ਲੈ ਕੇ ਹਰ ਢਾਡੀ ਰਾਗੀ ਨੇ ਅੱਜ ਤੱਕ ਇਹ ਪ੍ਰਚਾਰ ਕੀਤਾ ਹੈ। ਬਚਪਨ ਤੋਂ ਲੈ ਕੇ ਅਸੀਂ ਸੁਣਦੇ ਆਉਂਦੇ ਹਾਂ ਇੱਥੋਂ ਤੱਕ ਕਿ ਜਿਹੜੇ ਉਸ ਵੇਲੇ ਦੇ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਉਹਨਾਂ ਦੇ ਵੀ ਆਪਣੇ ਡਾਕੂਮੈਂਟਾਂ ਦੇ ਵਿੱਚ ਹੈ। ਜਿਵੇਂ ਲੇਕਿਨ ਇਹ ਨਵੀਂ ਸਟੋਰੀ ਜਿਹੜੀ ਆ ਦੇਖੋ, ਤੁਝ ਕੇ ਜਹਾਂਗੀਰੀ ਦੇ ਵਿੱਚ ਸਾਫ਼ ਲਿਖਿਆ ਹੋਇਆ, ਜਿਹੜਾ ਉਹਨੇ ਆਪ ਲਿਖੀ ਜਿਹੜੀ ਜਹਾਂਗੀਰ ਦੇ ਟਾਈਮ ਦਾ, ਦਰਿਆ ਬਿਆਸ ਦੇ ਕੰਢੇ ਗੋਇੰਦਵਾਲ ਵਿੱਚ ਅਰਜਨ ਨਾਮੀ ਇੱਕ ਹਿੰਦੂ ਪੀਰ ਤੇ ਸ਼ੇਖ, ਇਹ ਲੰਬੀ ਕਹਾਣੀ ਹੈ। ਅਖੀਰ ਦੇ ਵਿੱਚ ਇਹਦੇ ਲਿਖਦੇ ਆ ਕਿ ਜਦੋਂ ਇਹ ਗੱਲ ਮਾਂ ਬਦੌਲਤ ਦੇ ਕੰਨਾਂ ਤੱਕ ਪਹੁੰਚੀ ਤਾਂ ਮੈਂ ਜੋ ਉਸਦੇ ਫਰੇਬ ਨੂੰ ਜਾਣਦਾ ਸੀ ਹੁਕਮ ਦਿੱਤਾ ਕਿ ਉਹ ਗੁਰੂ ਅਰਜਨ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਉਸਦੇ ਘਰ ਘਾਟ ਨੂੰ ਅਤੇ ਬੱਚਿਆਂ ਨੂੰ ਮੁਰਤਜ਼ਾ ਖਾਨ ਦੇ ਸਪੁਰਦ ਕੀਤਾ ਜਾਵੇ ਅਤੇ ਉਸਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇ ਅਤੇ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ। ਜਿਨ੍ਹਾਂ ਨੇ ਸ਼ਹੀਦ ਕੀਤਾ ਉਹ ਤਾਂ ਕਹਿ ਰਹੇ ਆ, ਉਹ ਆਪਣੇ ਡਾਕੂਮੈਂਟ ਤੁਝ ਕੇ ਜਹਾਂਗੀਰੀ ਦੇ ਵਿੱਚ ਆਪ ਮੈਂਸ਼ਨ ਕਰਦਾ ਹੈ ਕਿ ਇਹਨਾਂ ਦੀ ਜਿਹੜੀ ਉੱਥੇ ਧਰਮ ਦੀ ਦੁਕਾਨ ਚੱਲ ਰਹੀ ਸੀ, ਜਿਹਨੂੰ ਉਹ ਝੂਠ ਦੀ ਦੁਕਾਨ ਕਹਿ ਰਿਹਾ ਕਿ ਮੈਂ ਹੁਕਮ ਕੀਤੇ ਕਿ ਇਹਨਾਂ ਨੂੰ ਖਤਮ ਕਰ ਦਿਓ। ਤੇ ਇਹ ਮੈਨੂੰ ਸਮਝ ਨਹੀਂ ਲੱਗਦੀ ਕਿ ਕੌਣ ਹੈ ਉਹ ਸ਼ਕਤੀ। ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਦੱਸੋ ਤੇ ਸਹੀ ਸਾਨੂੰ ਕਿ ਜਿਹੜੀ ਸਾਡੀ ਧਰਤੀ ਦੇ ਉੱਤੇ ਇਹ ਕਹਿਣਾ ਚਾਹੁੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਨਹੀਂ ਹੋਣਾ ਤਾਂ ਚਾਹੀਦਾ ਨਾ, ਕੋਈ ਮਕਸਦ ਤਾਂ ਹੋਣਾ ਚਾਹੀਦਾ ਨਾ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਜ਼ੋਰ ਲਾ ਕੇ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਭਈ ਗੁਰੂ ਅਰਜਨ ਦੇਵ ਜੀ ਸ਼ਹੀਦ ਨੇ, ਇਹਨਾਂ ਕੀ ਹਾਸਲ ਹੋਣਾ ਸਾਨੂੰ? ਅਸੀਂ ਬੱਚਿਆਂ ਦੇ ਮਨ ਦੇ ਵਿੱਚ ਕੀ ਪਾਉਣਾ ਚਾਹੁੰਦੇ ਹਾਂ? ਇਹ ਕੋਈ ਛੋਟੀ ਜਿਹੀ ਗੱਲਾਂ ਨਹੀਂ, ਮੈਂ ਸਮਝਦਾ ਕਿ ਬੜੀ ਵੱਡੀ ਜਿਹੜੀ ਹੈ ਇਹ ਕੁਤਾਹੀ ਹੈ। ਅਸੀਂ ਉਦਾਹਰਨਾਂ ਦਿੰਨੇ ਆ ਕਿ ਸਬਰ ਤੇ ਸੰਤੋਖ ਦੀ ਮਿਸਾਲ ਨੇ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੇ ਤਸੀਹੇ ਚੱਲੇ, ਸ਼ਹੀਦੀ ਦਿਨ ਮਨਾਉਣੇ, ਪਾਣਾ ਮਿੱਠਾ ਹੋ ਕੇ ਮੰਨਿਆ ਕਰਦੀ ਹੈ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿਹੜਾ ਉਹਨਾਂ ਦੀ ਜਿਹੜੀ ਸ਼ਹਾਦਤ ਦਾ ਸਥਾਨ ਹੈ ਉਹ ਬਣਿਆ, ਸੰਗਤ ਹੁਣ ਵੀ ਵੀਜ਼ਾ ਲੈ ਕੇ ਉੱਥੇ ਦਰਸ਼ਨ ਕਰਨ ਵਾਸਤੇ। ਮੈਨੂੰ ਇੱਕ ਗੱਲ ਛੋਟੀ ਦੱਸੋ, ਜਿਹੜੇ ਇਹ ਹਵਾਲੇ ਦਿੱਤੇ ਜਾ ਰਹੇ ਨੇ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਇਹਨਾਂ ਨੇ 2-3 ਹਵਾਲੇ ਵੀ ਦਿੱਤੇ ਨੇ ਜਿਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਕਿ ਉਸ ਵਕਤ ਦੇ ਹਾਲਾਤ ਇਹ ਬਿਆਨ ਕਰਦੇ ਸੀਗੇ ਕਿ ਇਹ ਜੁਰਮਾਨਾ ਕਰ ਦਿੱਤਾ ਗਿਆ, ਸ਼ਹਾਦਤ ਨਹੀਂ ਹੋਈ। ਫਿਰ ਆਪਾਂ ਉਹਨਾਂ ਹਵਾਲਿਆਂ ਨੂੰ ਕਿਉਂ ਠੁਕਰਾ ਰਹੇ? ਨਹੀਂ, ਮੈਂ ਕਹਿ ਰਿਹਾ ਕਿ ਇਹ ਇੱਥੇ ਤੇ ਉਹ ਚੀਜ਼ ਦਿੱਤੀ ਗਈ ਹੈ ਜਿਵੇਂ ਹੁੰਦਾ ਕਿ ਕਿਸੇ ਨੇ ਜੇ ਕਿਤੇ ਇੱਕ ਹਵਾਲਾ ਦਿੱਤਾ ਉਹਨੂੰ ਐਂਡ ਤੱਕ ਤੁਸੀਂ ਲੌਜੀਕਲ ਕੰਕਲੂਜਨ ਤੱਕ ਨਹੀਂ ਲੈ ਕੇ ਜਾਣਾ। ਜਿੰਨੀ ਕੁ ਉਹਨੇ ਸਾਬਤ ਕਰਨਾ ਕਿ ਨਹੀਂ ਹੋਈ। ਹੁਣ ਇੱਥੇ ਇਦਾਂ ਦੇ ਵੀ ਬੜੇ ਲੁਕੀ ਕਿਤਾਬਾਂ ਲਿਖੀ ਬੈਠੇ ਆ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਕਿ ਗੱਪਾਂ ਲਿਖੀਆਂ। ਇਤਿਹਾਸ ਦੇ ਵਿੱਚ ਕੂੜ ਵੀ ਬਹੁਤ ਲਿਖਿਆ ਹੋਇਆ, ਇਤਿਹਾਸ ਦੇ ਵਿੱਚ ਜਾਣ ਬੁੱਝ ਕੇ ਵੀ ਇਤਿਹਾਸ ਨੂੰ ਸਾਡੇ ਨੂੰ ਦੂਜਾ ਖਿਲਵਾੜ ਬਹੁਤ ਕੀਤਾ ਗਿਆ। ਜੇ ਹੁਣ ਤੁਸੀਂ ਉਹ ਚੀਜ਼ਾਂ ਲੱਭ ਕੇ ਇਹ ਇੱਥੇ ਪਾਓਗੇ ਬੱਚਿਆਂ ਨੂੰ, ਜਿਹੜੀਆਂ ਤੁਹਾਨੂੰ ਪਤਾ ਹੈ ਕਿ ਉਸ ਵੇਲੇ ਜਿਹੜੀਆਂ ਸਾਜ਼ਿਸ਼ਾਂ ਜਦੋਂ ਇਹ ਹੱਦ ਤੱਕ ਰਚੀਆਂ ਗਈਆਂ ਕਿ ਕੌਮ ਨੂੰ ਖਤਮ ਕਰਨਾ ਤੇ ਕੌਮ ਦੇ ਇਤਿਹਾਸ ਨੂੰ ਖਤਮ ਕਰਨ ਵਾਸਤੇ ਵੀ ਨਾਲ ਵੱਡੀਆਂ ਸਾਜ਼ਿਸ਼ਾਂ ਹੋਈਆਂ, ਪਰ ਕੀ ਅਸੀਂ ਆਪਣੇ ਬੱਚਿਆਂ ਨੂੰ ਆਪ ਲਿਖ ਕੇ ਇਹ ਇਤਿਹਾਸ ਪੜ੍ਹਾਵਾਂਗੇ? ਇਸ ਤੋਂ ਅੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜ਼ਿਕਰ ਆਉਂਦਾ, ਇਹ ਜਿਹੜਾ ਹੈਗਾ ਚੈਪਟਰ 4 ਹੈ, ਇਹਦੇ 3 ਨੰਬਰ ਪੇਜ ਦੇ ਉੱਤੇ ਦੇਖੋ ਕਿਸ ਤਰੀਕੇ ਦੀਆਂ ਗੱਲਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੈਨੂੰ ਸਮਝ ਨਹੀਂ ਲੱਗਦੀ ਕਿ ਜਿਹੜਾ ਵੀ ਇਹ ਬੰਦਾ ਕਰ ਰਿਹਾ ਉਹਦਾ ਮਕਸਦ ਕੀ ਹੈ। ਭਾਈ ਗੁਰਦਾਸ ਅਨੁਸਾਰ ਗੁਰੂ ਸਾਹਿਬ ਦੇ ਵਿਰੋਧੀ ਕਹਿੰਦੇ ਹਨ। ਇਹ ਕਿਹੜੇ ਗੁਰੂ ਸਾਹਿਬ ਦੀ ਗੱਲ ਹੋ ਰਹੀ? ਗੁਰੂ ਹਰਗੋਬਿੰਦ ਸਾਹਿਬ ਜੀ, ਠੀਕ ਹੈ। ਮਤਲਬ ਜਿਹੜੇ ਗੁਰੂ ਸਾਹਿਬ ਦੇ ਹੱਕ 'ਚ ਕਹਿੰਦੇ ਆ ਉਹਨਾਂ ਦਾ ਤਾਂ ਨਹੀਂ ਆਪਾਂ ਨੂੰ ਕਿਤਾਬ ਦੇ ਵਿੱਚ ਮੈਂਸ਼ਨ ਕਰਨ ਦੀ ਲੋੜ, ਲੇਕਿਨ ਜਿਹੜਾ ਕੋਈ ਵਿਰੋਧੀ ਕਹਿੰਦਾ ਨਾ ਵੀ ਉਹਦਾ ਰੈਫਰੈਂਸ ਆਪਾਂ ਜ਼ਰੂਰੀ ਚਾਹਣਾ। ਉਹਨਾਂ ਅਨੁਸਾਰ ਗੁਰੂ ਸਾਹਿਬ ਦੇ ਵਿਰੋਧੀ ਕਹਿੰਦੇ ਹਨ ਕਿ ਪਹਿਲੇ ਗੁਰੂਆਂ ਦੇ ਮੁਕਾਬਲੇ ਉਹ ਕਿਸੇ ਇੱਕ ਸਥਾਨ ਤੇ ਬਹੁਤਾ ਸਮਾਂ ਨਹੀਂ ਟਿਕਦੇ। ਉਹਨਾਂ ਨੂੰ ਬਾਦਸ਼ਾਹ ਨੇ ਕੈਦ ਕਰ ਲਿਆ ਸੀ, ਉਹਨਾਂ ਨੇ ਕੁੱਤੇ ਪਾਲੇ ਹੋਏ ਸਨ ਅਤੇ ਉਹ ਸ਼ਿਕਾਰ ਖੇਡਦੇ ਸਨ। ਉਹ ਪੱਕੇ ਸ਼ਰਧਾਲੂਆਂ ਦੇ ਮੁਕਾਬਲੇ ਦੁਸ਼ਟਾਂ ਨੂੰ ਪਹਿਲ ਦਿੰਦੇ ਸਨ। ਸ਼ਰਧਾਲੂਆਂ ਦੇ ਮੁਕਾਬਲੇ ਦੁਸ਼ਟਾਂ ਨੂੰ ਪਹਿਲ ਕਹਿੰਦੇ ਸਨ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵਿਰੋਧੀ ਕਹਿੰਦੇ ਹਨ। ਗੁਰੂ ਸਾਹਿਬ ਦੇ ਵਿਰੋਧੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਹਨਾਂ ਨੇ ਬਾਣੀ ਦੀ ਰਚਨਾ ਵੀ ਨਹੀਂ ਕੀਤੀ, ਪਰ ਭਾਈ ਗੁਰਦਾਸ ਬੜੀ ਦ੍ਰਿੜਤਾ ਨਾਲ ਕਹਿੰਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਝੱਲਣਯੋਗ ਭਾਰ ਚੁੱਕਿਆ ਹੋਇਆ। ਔਰ ਅਖੀਰ ਤੇ ਕੀ ਕਹਿੰਦੇ ਆ, ਸ਼ਾਹਜਹਾਂ ਜੋ ਕਿ 1627 ਵਿੱਚ ਜਹਾਂਗੀਰ ਦੇ ਮੌਤ ਤੋਂ ਬਾਅਦ ਗੱਦੀ ਤੇ ਬੈਠਿਆ ਦੇ ਸਮੇਂ ਲਾਹੌਰ ਦੇ ਮੁਗਲ ਹਾਕਮ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਿਕਾਰ ਵਿੱਚ ਦਿਲਚਸਪੀ ਰੱਖਣ ਦੇ ਕਾਰਨ ਸਿੱਧੇ ਤੌਰ ਤੇ ਉਹਨਾਂ ਦੇ ਵਿਰੋਧ ਵਿੱਚ ਖੜੇ ਹੋ ਗਏ। ਮਤਲਬ ਗੁਰੂ ਹਰਗੋਬਿੰਦ ਸਾਹਿਬ ਦਾ ਵਿਰੋਧ
ਸਿਰਫ ਇਸ ਲਈ ਹੋ ਇਸ ਰਿਹਾ ਸੀ ਕਰਕੇ ਹੋਇਆ ਕਿ ਕਿ ਸ਼ਿਕਾਰੀ ਨੇ ਉਹਨਾਂ ਨੇ ਸ਼ਿਕਾਰੀ ਸੀ, ਉਹਨਾਂ ਨੇ ਕੁੱਤੇ ਪਾਲੇ ਹੋਏ ਸੀ। ਇਸ ਕਰਕੇ ਉਹਨਾਂ ਦਾ ਵਿਰੋਧ ਨਹੀਂ ਹੋਇਆ ਕਿ ਉਹਨਾਂ ਨੇ ਜਿਹੜੇ ਹੈਗੇ ਆ ਮੁਗਲਾਂ ਦੇ ਮੁਕਾਬਲੇ ਇੱਥੇ ਅਕਾਲ ਤਖਤ ਦਾ ਤਖਤ ਬਣਾ ਕੇ ਜਿਹੜਾ ਸਾਡਾ ਸਵੈਮਾਨ ਸੀ, ਜਿਹੜੀ ਸਾਡੀ ਹੀਨ ਭਾਵਨਾ ਸੀ, ਉਹ ਖਤਮ ਕੀਤੀ। ਇਸ ਕਰਕੇ ਨਹੀਂ ਹੋਇਆ ਕਿ ਉਹਨਾਂ ਨੇ ਮੇਰੀ ਪੀਰੀ ਦਾ ਸਿਧਾਂਤ ਦੇ ਕੇ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ। ਇਸ ਕਰਕੇ ਨਹੀਂ ਹੋਇਆ ਕਿ ਜਿਹੜਾ ਉਦੋਂ ਗੁਲਾਮਾਂ ਨੂੰ ਘੋੜੇ ਤੇ ਚੜ੍ਹਨ ਤੋਂ ਰੋਕਿਆ ਜਾਂਦਾ ਸੀ, ਉਹਨਾਂ ਨੇ ਘੋੜ ਸਵਾਰੀ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ। ਇਸ ਕਰਕੇ ਨਹੀਂ ਕਿ ਜਿਹੜਾ ਉਸ ਵੇਲੇ ਉਹਨਾਂ ਦੇ ਮੁਕਾਬਲੇ ਕਲਗੀ ਨਹੀਂ ਸੀ ਕੋਈ ਲਾ ਸਕਦਾ, ਤੇ ਕਲਗੀ ਲਾ ਕੇ ਉਹਨਾਂ ਨੇ ਸਾਨੂੰ ਆਪਣਾ ਸਨਮਾਨ ਜਿਹੜਾ ਸਾਡਾ ਉਹ ਉੱਚਾ ਕੀਤਾ। ਇਹਨਾਂ ਗੱਲਾਂ ਕਰਕੇ ਜਿਹੜਾ ਹੈਗਾ ਉਹਨਾਂ ਦੇ ਨਾਲ ਦੁਸ਼ਮਣੀ ਨਹੀਂ ਸੀ, ਇਸ ਕਰਕੇ ਦੁਸ਼ਮਣੀ ਸੀ ਵੀ ਉਹ ਸ਼ਿਕਾਰ ਕਰਦੇ ਸੀ। ਹੁਣ ਦੱਸੋ, ਚਲੋ ਇਹ ਚੀਜ਼ਾਂ ਤੁਸੀਂ ਬੱਚਿਆਂ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਉਹ ਪਾਉਣ ਦੀ ਕੋਸ਼ਿਸ਼ ਕਰੋਗੇ, ਤੇ ਫਿਰ ਉਹਦੇ ਨਾਲ ਕਿਵੇਂ ਜਿਹੜਾ ਮਕਸਦ ਹੈ ਤੁਸੀਂ ਹੱਲ ਕਰ ਸਕਦੇ ਹੋ। ਮੈਂ ਨਹੀਂ, ਪਰ ਇੱਕ ਗੱਲ ਚੀਮਾ ਸਾਹਿਬ, ਕੀ ਅਸੀਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਜਿਹੜਾ ਵੀ ਕੁਝ ਪਾਇਆ ਗਿਆ, ਅਧਿਆਏ ਪਾਏ ਗਏ ਨੇ, ਉਹ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਤੋਂ ਬਿਨਾਂ ਪੁੱਛੇ ਪਾਏ ਗਏ ਨੇ ਜਾਂ ਉਹਨਾਂ ਦੀ ਅਪਰੂਵਲ ਨਾਲ? ਇਹ ਦੋਵੇਂ ਚੀਜ਼ਾਂ ਦਾ ਤੁਹਾਨੂੰ ਪਤਾ ਨਾ ਮੈਨੂੰ ਪਤਾ, ਪਰ ਇਸ ਚੀਜ਼ ਨੂੰ ਦੇਖ ਕੇ ਕਿਵੇਂ ਲੱਗਦਾ? ਹਾਂ, ਉਹ ਪ੍ਰੋਫੈਸਰ ਕਿਰਪਾਲ ਸਿੰਘ ਜੀ ਬੜੇ ਵੱਡੇ ਸਿੱਖ ਵਿਦਵਾਨ ਨੇ, 95 ਸਾਲ ਉਹਨਾਂ ਦੀ ਉਮਰ ਹੋ ਗਈ, ਔਰ ਮੈਂ ਸਮਝਦਾ ਪਿੱਛੇ ਪਰਿਵਾਰਕ ਉਹਨਾਂ ਦੀ ਧਰਮ ਪਤਨੀ ਵੀ ਚੜ੍ਹਾਈ ਕਰ ਗਈ ਜੀ। ਨੈਚੁਰਲੀ ਇਸ ਸਟੇਜ ਦੇ ਉੱਤੇ ਜਿਹੜੀ ਹੈ ਇਹਨਾਂ ਸਮਾਂ ਵੀ ਦੇ ਪਾ ਰਹੇ ਕਿ ਨਹੀਂ ਪਾ ਰਹੇ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ, ਕਿਉਂਕਿ ਉਮਰ ਇਸ 95 ਸਾਲ ਦੀ ਉਮਰ ਦੇ ਵਿੱਚ ਮੇਰਾ ਖਿਆਲ ਹੈ ਕਿ ਸਾਰੀ ਗੱਲ ਦੇ ਉੱਤੇ ਨਜ਼ਰ ਰੱਖ ਪਾਉਣਾ ਉਹਨਾਂ ਵਾਸਤੇ ਸੰਭਵ ਹੋਏਗਾ। ਜਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਚੀਜ਼ਾਂ ਉਹਨਾਂ ਕੋਲ ਪਾਸ ਕਰਾਈਆਂ ਹੋਣਗੀਆਂ, ਕਿਉਂਕਿ ਉਹਨਾਂ ਦੀ ਵਿਦਵਤਾ ਦੇ ਉੱਤੇ ਕੋਈ ਮੈਨੂੰ ਮੈਨੂੰ ਕੋਈ ਸ਼ੱਕ ਨਹੀਂ। ਪਰ 95 ਸਾਲ ਦੀ ਉਮਰ ਹੈ, ਤੁਸੀਂ ਸਾਰਾ ਬੋਝ ਜੇ ਉਹਨਾਂ ਤੇ ਪਾ ਦਿਓਗੇ ਕਿ ਸਾਰਾ, ਔਰ ਕਰੀ ਕੋਈ ਜਾ ਰਿਹਾ ਹੈ ਔਰ ਭੇਜੀ ਕੋਈ ਜਾ ਰਿਹਾ ਸਕੂਲਾਂ ਨੂੰ, ਇਹ ਤਾਂ ਹੁਣ ਉਹ ਦੱਸ ਸਕਦੇ ਆ ਕਿ ਉਹਨਾਂ ਕੋਲੋਂ ਇਹ ਫਾਈਨਲੀ ਅਪਰੂਵ ਕਰਾਈਆਂ ਗਈਆਂ ਕਿ ਨਹੀਂ ਕਰਾਈਆਂ। ਅਦਰਵਾਈਜ਼ ਵੱਡੇ ਵਿਦਵਾਨ ਨੇ, ਮੈਂ ਕੋਈ ਜਾਤੀ ਤੌਰ ਤੇ ਨਹੀਂ, ਮੈਂ ਤਾਂ ਸਿਰਫ ਮੈਰਿਟ ਦੇ ਉੱਤੇ ਗੱਲ ਕਰ ਰਿਹਾ। ਇਸੇ ਕਰਕੇ ਮੈਂ ਸਰਕਾਰ ਤੋਂ ਜਵਾਬ ਪੁੱਛਦਾ ਪਿਆ ਨਾ ਵੀ ਇਹ ਕਾਹਲੀ ਕਿਹਦੀ ਹੈ ਕਿ ਇਦਾਂ ਹੀ ਭੇਜਣਾ ਹੈ, ਕੱਲੀ ਚੀਜ਼ ਭੇਜਣੀ ਹੈ, ਔਰ ਬੱਚਿਆਂ ਨੂੰ ਪੜ੍ਹਾਈ ਵੀ ਜਾਣੀ ਹੈ, ਔਰ ਤੁਸੀਂ ਨਾਲ ਦੀ ਨਾਲ ਜ਼ਿੰਮੇਵਾਰੀ ਵੀ ਕਿਸੇ ਚੀਜ਼ ਦੀ ਨਹੀਂ ਲੈਣੀ। ਇਹ ਚੀਜ਼ਾਂ ਇਹੀ ਜੇ ਕਿਤਾਬ ਦੇ ਰੂਪ ਦੇ ਵਿੱਚ ਛਪਦੀਆਂ। ਪਰ ਸਾਡੇ ਸੂਤਰ ਇਹ ਕਹਿੰਦੇ ਨੇ ਕਿ ਕਮੇਟੀ ਕਿਤੇ ਨਾ ਕਿਤੇ ਇਹ ਕਹਿ ਰਹੀ ਹੈ, ਜਾਂ ਕਮੇਟੀ ਦੇ ਕੁਝ ਮੈਂਬਰ ਕਹਿ ਰਹੇ ਨੇ ਕਿ ਇਹ ਸਾਡੇ ਵੱਲੋਂ ਆਥੋਰਾਈਜ਼ਡ ਨਹੀਂ ਹੈ। ਦੇਖੋ, ਮੈਂ ਸਮਝਦਾ ਕਿ ਔਰ ਇਹਨੂੰ ਠੀਕ ਕੀਤਾ ਜਾਏਗਾ, ਇਹ ਤਰੁੱਟੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਦੋ ਵਿਦਵਾਨ, ਡਾਕਟਰ ਢਿੱਲੋਂ ਸਾਹਿਬ ਤੇ ਗੋਗੋਵਾਣੀ ਸਾਹਿਬ, ਸਰਦਾਰ ਇੰਦਰਜੀਤ ਸਿੰਘ ਗੋਗੋਵਾਣੀ, ਉਹ ਵਿੱਚ ਆਹ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਵਾਣਾ ਨੇ ਜਿਹੜੀ ਚਿੱਠੀ ਲਿਖੀ ਹੈ ਉਹਨਾਂ ਨੂੰ, ਪ੍ਰੋਫੈਸਰ ਕਿਰਪਾਲ ਸਿੰਘ ਨੂੰ, ਉਹ ਵੀ ਮੈਂ ਦੋ ਲੈਣਾ ਪੜ੍ਹ ਦੇਣਾ। ਉਹਨਾਂ ਲਿਖਿਆ ਕਿ +2 ਦਾ ਲਿਖਿਆ ਜਾ ਰਿਹਾ ਹਰ ਚੈਪਟਰ ਵਾਦ ਵਿੱਚ ਘਿਰ ਜਾਂਦਾ ਹੈ। ਸਪਸ਼ਟ ਹੈ ਕਿ ਜੋ ਲਿਖਿਆ ਜਾ ਰਿਹਾ ਹੈ ਉਸ ਦੀ ਸ਼ਬਦਾਵਲੀ, ਸ਼ੈਲੀ ਇਤਿਹਾਸਕ ਹਵਾਲਿਆਂ ਵਿੱਚ ਜ਼ਿਆਦਾ ਉਨਤਾਈਆਂ ਹਨ। ਭਾਸ਼ਾ ਵਿਦਿਆਰਥੀਆਂ ਦੇ ਪੱਧਰ ਦੀ ਪ੍ਰਭਾਵਸ਼ਾਲੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ, ਪੰਚਮ ਪਾਤਸ਼ਾਹ ਦੀ ਸ਼ਹੀਦੀ, ਦਸ਼ਮ ਪਾਤਸ਼ਾਹ ਦੇ ਇਤਿਹਾਸ ਸੰਬੰਧੀ ਹਵਾਲੇ ਨਾਮ ਵਾਫ ਕਰਨਯੋਗ ਹਨ। ਤੁਹਾਡੀ ਸਰਪ੍ਰਸਤੀ ਹੇਠ 6 ਮੈਂਬਰੀ ਕਮੇਟੀ ਨੇ ਜਿੰਨਾ ਵਧੀਆ ਸਿਲੇਬਸ ਤਿਆਰ ਕੀਤਾ ਸੀ, ਲਿਖਣ ਪੱਖੋਂ ਉਨਾ ਹੀ ਕਮਜ਼ੋਰ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਉਹਦੇ ਵਿੱਚ ਲਿਖਿਆ, ਇੱਕ ਕਮੇਟੀ ਦੇ ਵਿਦਵਾਨ ਆਪ ਲਿਖ ਰਹੇ ਆ। ਤਾਂ ਹੁਣ ਮੈਨੂੰ ਨਹੀਂ ਸਮਝ ਆਉਂਦੀ, ਜੇ ਕਮੇਟੀ ਦੇ ਵਿਦਵਾਨ ਚੇਅਰਮੈਨ ਨੂੰ ਇਹ ਚਿੱਠੀ ਲਿਖ ਰਹੇ ਆ ਤੇ ਕਮੇਟੀ ਵੀ ਮੈਨੂੰ ਲੱਗਦਾ ਕਿ ਬੇਵਸ ਹੋਈ ਪਈ ਹੈ। ਇਸੇ ਕਰਕੇ ਮੈਂ ਚਾਹੁੰਦਾ ਕਿ ਇਨਕੁਆਇਰੀ ਹੋਵੇ ਕਿ ਕੌਣ ਕਰਵਾ ਰਿਹਾ, ਕਿੱਥੋਂ ਹੋ ਰਹੀ ਆ। ਜੇ ਕਮੇਟੀ ਦੇ ਮੈਂਬਰਾਂ ਦਾ ਇਹ ਹਾਲ ਹੈ ਤਾਂ ਫਿਰ ਉਹਦਾ ਜ਼ਰੂਰਤ ਹੀ ਕੀ ਹੈ? ਫਿਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦੋਨੇ ਵਿਦਵਾਨ ਜਿਹੜੇ ਆ ਵਾਪਸ ਲੈ ਲਏ ਵੀ ਅਸੀਂ ਨਹੀਂ ਕਰ ਸਕਦੇ। ਕੀ ਹੋਰ ਕੀ ਹੈ ਇਸ ਕਿਤਾਬ ਚ? ਦੇਖੋ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹਵਾਲਾ ਦੇ ਰਹੇ ਆ ਕਿ ਜਦੋਂ ਨਦੌਨ ਦੀ ਜੰਗ ਹੋਈ ਆ ਤੇ ਉਦੋਂ ਪਹਿਲਾਂ ਉਹਨਾਂ ਨੇ ਭੀਮ ਚੰਦ ਦੀ ਜਿਹੜੀ ਹੈਗੀ ਆ ਉਹਦੀ ਮਦਦ ਕੀਤੀ, ਔਰ ਫਿਰ ਭੀਮ ਚੰਦ ਨੇ ਜਦੋਂ ਬਾਅਦ ਦੇ ਵਿੱਚ ਮੁਗਲਾਂ ਦੀ ਜਿਹੜੀ ਆ ਅਧੀਨਗੀ ਸਵੀਕਾਰ ਕਰ ਲਈ, ਤੇ ਉਹਦੇ ਵਿੱਚ ਲਿਖ ਰਹੇ ਕਿ ਗੁਰੂ ਸਾਹਿਬ ਨੇ ਭੀਮ ਚੰਦ ਦੁਆਰਾ ਮੁਗਲਾਂ ਦੀ ਅਧੀਨਗੀ ਫਿਰ ਤੋਂ ਮੰਨਣ ਤੇ ਨਾਰਾਜ਼ਗੀ ਦਿਖਾਉਣ ਲਈ ਉਸ ਦੇ ਖੇਤਰ ਵਿੱਚ ਪੈਂਦੇ ਇੱਕ ਪਿੰਡ ਅਲਸੁਣ ਦੀ ਲੁੱਟਮਾਰ ਕੀਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਹੁਣ ਅਸੀਂ ਬੱਚਿਆਂ ਨੂੰ ਇਹੀ ਦੱਸਣਾ ਬਾਕੀ ਰਹਿ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਲੁੱਟਾਂ ਖੋਹਾਂ ਕਰਦੇ ਨੇ। ਦੇਖੋ, ਜਿਹਨੂੰ ਇੰਨੀ ਸੈਂਸਿਟੀਵਿਟੀ ਨਹੀਂ ਹੈ ਕਿ ਤੁਸੀਂ ਬੱਚਿਆਂ ਵਾਸਤੇ ਕਿਤਾਬ ਲਿਖ ਰਹੇ ਹੋ ਔਰ ਉਹਦੇ ਵਿੱਚ ਤੁਸੀਂ ਲਿਖ ਰਹੇ ਹੋ ਕਿ ਉਹਨਾਂ ਨੇ ਪਿੰਡ ਅਲਸੁਣ ਦੀ ਲੁੱਟਮਾਰ ਕੀਤੀ। ਮੈਂ ਕਿਤਾਬ ਦਾ ਸ਼ਬਦ ਪੜ੍ਹ ਰਿਹਾ, ਜੋ ਲਾਈਨ ਉਹਦੇ ਉੱਤੇ ਨੇ, ਤੇ ਇਹਦੇ ਨਾਲ ਬੱਚੇ ਨੂੰ ਹੁਣ ਜਦੋਂ ਟੀਚਰ ਪੜ੍ਹਾ ਕੇ ਵਿਆਖਿਆ ਕਰੇਗਾ ਕੀ ਕਹੇ ਬੱਚਿਆਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਹੈਗੇ ਆ ਉਹ ਲੁੱਟਮਾਰ ਕਰਦੇ ਪਏ ਆ। ਇਹ ਅੱਗੇ ਦੇਖੋ ਜਿਹੜੇ ਧਾਰਮਿਕ ਗ੍ਰੰਥਾਂ ਦੇ ਬਾਰੇ ਚ ਕੀ ਲਿਖਿਆ। ਚੌਪਾ ਸਿੰਘ ਰਹਿਤਨਾਮਾ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ 2 ਗ੍ਰੰਥ ਤਿਆਰ ਕਰਾਏ, ਸਮੁੰਦਰ ਸਾਗਰ ਅਤੇ ਅਵਤਾਰ ਲੀਲਾ ਗ੍ਰੰਥ। ਕੇਸਰ ਸਿੰਘ ਛਿੱਬਰ ਦੱਸਦਾ ਹੈ
ਕਿ ਸਨ 1701 ਵਿੱਚ ਗੁਰੂ ਜੀ ਦੇ ਹੁਕਮ ਅਨੁਸਾਰ ਪਹਿਲੇ ਗ੍ਰੰਥ ਨੂੰ ਦਰਿਆ ਵਿੱਚ ਸੁਟਵਾ ਦਿੱਤਾ ਗਿਆ। ਗੁਰੂ ਸਾਹਿਬ ਦੇ ਕਹਿਣ ਤੇ। ਗੁਰੂ ਸਾਹਿਬ ਦੇ ਕਹਿਣ ਦੇ ਉੱਤੇ ਗ੍ਰੰਥ ਤਿਆਰ ਪਹਿਲਾਂ ਕੀਤਾ ਉਹਨਾਂ ਨੇ, ਫਿਰ ਉਹਨਾਂ ਨੇ ਹੁਕਮ ਦਿੱਤਾ ਕਿ ਇਹਨੂੰ ਦਰਿਆ ਦੇ ਵਿੱਚ ਸੁੱਟ ਦਿਓ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਹੜਾ ਉਹਨਾਂ ਨੂੰ ਲੁਕਾਉਣ ਵਾਸਤੇ ਫਟਾਫਟ ਗ੍ਰੰਥ ਦਰਿਆ 'ਚ ਸੁੱਟਣਾ ਪਿਆ? ਦਰਿਆ 'ਚ ਸੁੱਟਣਾ ਪੈ ਗਿਆ। ਨਹੀਂ, ਮੈਂ ਤੁਹਾਡੇ ਤੋਂ ਹੀ ਗੱਲ ਬੱਚੇ ਪੁੱਛਣਗੇ ਨਾ ਪਰ ਚੀਮਾ ਸਾਹਿਬ ਹਵਾਲਾ ਵੀ ਤਾਂ ਦਿੱਤਾ ਪਿਆ ਨਾ, ਦੋ ਬੰਦਿਆਂ ਦਾ ਹਵਾਲਾ ਨਹੀਂ, ਦਿੱਤਾ। ਮੈਂ ਹੀ ਕਹਿ ਰਿਹਾ ਨਾ ਵੀ ਤੁਸੀਂ ਜ਼ਰੂਰੀ ਨਹੀਂ ਹੈ ਵੀ ਜੋ ਹਵਾਲਾ ਕਿਸੇ ਨੇ ਦਿੱਤਾ ਹੋਵੇ, ਤੁਸੀਂ ਤੁਹਾਡੀ ਵੀ ਤਾਂ ਇੱਕ ਮਹਾਰਾਜ ਨੇ ਸੋਝੀ ਦਿੱਤੀ ਹੈ ਤੁਹਾਨੂੰ ਵੀ ਤੁਸੀਂ ਬੱਚਿਆਂ ਨੂੰ ਪੜਾਉਣਾ, ਔਰ ਤੁਸੀਂ ਵਾਦ ਵਿਵਾਦ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਉਹੀ ਪਾਣੀ ਆ ਸਿਰਫ, ਨਹੀਂ ਜਿਹੜੀਆਂ ਕਿਤੇ ਇਤਿਹਾਸ ਦੇ ਵਿੱਚ ਕਿਸੇ ਨੇ ਇਹਦਾ ਜ਼ਿਕਰ ਨਹੀਂ ਕੀਤਾ, ਉਹ ਚੀਜ਼ਾਂ ਤੁਸੀਂ ਜਿਹੜੀ ਹੈਗੀ ਆ ਉਹ ਬੱਚਿਆਂ ਨੂੰ ਪੜ੍ਹ ਕੇ ਦੱਸੋਗੇ ਤੇ ਫਿਰ ਤੁਸੀਂ ਦੱਸੋ ਵੀ ਅੱਗੋਂ ਤੁਸੀਂ ਇਤਿਹਾਸ ਬਣਾ ਰਹੇ ਹੋ ਕਿ ਇਤਿਹਾਸ ਖਰਾਬ ਕਰ ਰਹੇ ਹੋ। ਚਮਕੌਰ ਸਾਹਿਬ ਦਾ ਯੁੱਧ ਜਿਹੜਾ ਹੈਗਾ ਉਹ ਸਾਰੇ ਆਪਾਂ ਜਾਣਦੇ ਹਾਂ ਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਗੁਰੂ ਦੇ ਪਿਆਰੇ ਜਿਹੜੇ 5 ਪਿਆਰੇ ਸਾਜੇ ਸੀ ਉਹਨਾਂ ਚੋਂ 3 ਪਿਆਰਿਆਂ ਦੀ ਸ਼ਹਾਦਤ ਹੋਈ, ਕਿੱਡਾ ਵੱਡਾ ਯੁੱਧ ਹੋਇਆ। ਸਾਰਾ ਕੁਝ ਆਪਾਂ ਸ਼ੁਰੂ ਤੋਂ ਬਚਪਨ ਤੋਂ ਮੈਂ ਕਿਹਾ ਵੀ ਦਾਦੀਆਂ ਨਾਨੀਆਂ ਤੋਂ ਲੈ ਕੇ ਹੁਣ ਤੱਕ ਇਤਿਹਾਸ ਪੜ੍ਹਦਾ ਹੈ। ਹੁਣ ਇਹਦੇ ਵਿੱਚ ਪਹਿਲਾਂ ਜ਼ਿਕਰ ਆਉਂਦਾ ਹੈ ਕਿ ਇੱਕ ਸਾਹਿਬਜ਼ਾਦੇ ਨੇ ਯੁੱਧ ਕੀਤਾ, ਫਿਰ ਦੂਜੇ ਨੇ ਕੀਤਾ। ਅਖੀਰਲੀ ਲਾਈਨ ਮੈਂ ਤੁਹਾਨੂੰ ਪੜ੍ਹ ਦੇਣਾ ਕਿਉਂਕਿ ਸਮਾਂ ਲੱਗਦਾ। ਅੰਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ ਤੇ ਸਵਾਰ ਹੋ ਕੇ ਜੰਗ ਵਿੱਚ ਨਿਤਰੇ। ਉਹਨਾਂ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਯੁੱਧ ਕੀਤਾ ਅਤੇ ਕਿਸੇ ਦੇ ਦੇਖੇ ਬਿਨਾ ਉੱਥੋਂ ਨਿਕਲ ਗਏ। ਮਤਲਬ ਜੰਗ ਦੇ ਵਿਚਕਾਰੋਂ ਛੱਡ ਕੇ ਚਲੇ ਗਏ, ਭੱਜ ਗਏ। ਹੁਣ ਦੱਸੋ ਵੀ ਇਸ ਇਤਿਹਾਸ ਨੂੰ ਚਮਕੌਰ ਸਾਹਿਬ ਤਾਂ ਕੋਈ ਜ਼ਿਆਦਾ ਦੂਰ ਨਹੀਂ ਹੈ, ਸਾਡੇ ਬਿਲਕੁਲ ਗੁਆਂਢ ਹੈ। ਉੱਥੇ ਜਾ ਕੇ ਦੇਖ ਲਓ, ਉੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਵਿੱਚ ਵੀ ਥਾਂ ਥਾਂ ਦੇ ਉੱਤੇ ਉਹ ਇਤਿਹਾਸ ਲਿਖਿਆ ਹੋਇਆ ਜ਼ਿਕਰ ਹੈ, ਕਿਉਂਕਿ ਉੱਥੇ ਕੁਝ ਖਾਸ ਗੱਲਾਂ ਹੋਈਆਂ। ਕਿਉਂਕਿ ਦੁਨੀਆ ਦੇ ਵਿੱਚ ਇੱਕ ਅਸਾਮੀ ਜੰਗ ਜੀ, ਵੀ ਇੱਕ ਪਾਸੇ ਗਿਣਤੀ ਦੇ 40 ਕੁ ਸਿੱਖ ਤੇ ਇੱਕ ਪਾਸੇ ਲੱਖਾਂ ਦੀਆਂ ਫੌਜਾਂ, ਉਹ ਵਰਣਨ ਇੱਥੇ ਬਣਦੇ ਸੀ ਕਿ ਕਿਸ ਤਰੀਕੇ ਪਹਿਲਾਂ ਸਿੰਘਾਂ ਨੇ ਗੁਰੂ ਸਾਹਿਬ ਨੂੰ ਕਿਲ੍ਹਾ ਛੱਡਣ ਵਾਸਤੇ ਕਿਹਾ ਸੀ। ਫਿਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ ਸ਼ਕਤੀ ਸਾਨੂੰ 5 ਪਿਆਰਿਆਂ ਨੂੰ ਉੱਥੇ ਦਿੱਤੀ ਸੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਉਹਦੇ ਮੁਤਾਬਕ ਅਸੀਂ ਪੰਜੇ ਇਕੱਠੇ ਹੋ ਕੇ ਤੁਹਾਨੂੰ ਹੁਕਮ ਕਰਨੇ, ਤੁਹਾਨੂੰ ਕਿਲ੍ਹਾ ਛੱਡੋ। ਫਿਰ ਗੁਰੂ ਸਾਹਿਬ ਨੇ ਕਿਲ੍ਹਾ ਛੱਡਿਆ, ਤਾੜੀ ਮਾਰ ਕੇ ਸਾਰਾ ਇਤਿਹਾਸ ਆਪਾਂ ਪੜ੍ਹਦੇ ਹਾਂ। ਭਾਈ ਸੰਗਤ ਸਿੰਘ ਦੇ ਕਲਗੀ ਲਾਈ। ਤੇ ਹੁਣ ਜਿਹੜੀ ਉਸ ਜੰਗ ਦੀ ਜਿਹੜੀ ਅਸਲੀ ਵਿਸ਼ੇਸ਼ਤਾ ਸੀ ਕਿ ਪੰਚ ਪ੍ਰਧਾਨੀ ਨੂੰ ਕਿੰਨੀ ਵੱਡੀ ਉੱਥੇ ਤਾਕਤ ਦਿੱਤੀ, ਜਿਹੜਾ ਹੁਕਮ ਉੱਥੇ ਦਿੱਤਾ ਸੀ ਉਹ ਨਿਭਾਇਆ। ਇਹ ਚੀਜ਼ਾਂ ਬੱਚਿਆਂ ਨੂੰ ਪੜਾਉਣੀਆਂ ਸੀ ਨਾ। ਤੇ ਤੁਸੀਂ ਕਹੀ ਜਾਂਦੇ ਹੋ ਵੀ ਗੁਰੂ ਗੋਬਿੰਦ ਸਿੰਘ ਉੱਥੋਂ ਭੱਜ ਗਏ। ਲਫ਼ਜ਼ ਦੇਖੋ ਨਾ, ਕਿਸੇ ਨੇ ਦੇਖੇ ਬਿਨਾਂ ਉੱਥੋਂ ਨਿਕਲ ਗਏ। ਤੇ ਇਹ ਜਦੋਂ ਸਾਡੇ ਬੱਚੇ ਬੱਚੀਆਂ ਸਾਡੇ ਸਕੂਲਾਂ ਦੇ ਵਿੱਚ ਪੜ੍ਹਨਗੇ ਤੇ ਉਹ ਗੁਰੂ ਮਹਾਰਾਜ ਦਾ ਇਹ ਸੋਚਣਗੇ ਨਾ ਕਿ ਬੜੀ ਕੋਈ ਡਰਪੋਕ ਸ਼ਖਸੀਅਤ ਹੋਣੀ ਹੈ ਵੀ ਜਿਹੜੇ ਯੁੱਧ ਕੀਤਾ ਤੇ ਫਿਰ ਉਹਨਾਂ ਨੂੰ ਲੱਗਿਆ ਵੀ ਕੋਈ ਨੁਕਸਾਨ ਨਾ ਹੋਵੇ ਤੇ ਫਟਾਫਟ ਉੱਥੋਂ ਚੁੱਪ ਤੇ ਭੱਜ ਗਏ, ਕਿਸੇ ਨੂੰ ਦੱਸਿਆ ਵੀ ਨਹੀਂ। ਇਸ ਕਰਕੇ ਮੈਂ ਤਾਂ ਰੋਣ ਆਉਂਦਾ ਜਦੋਂ ਇਹਨਾਂ ਦੇ ਅਸੀਂ ਪੜ੍ਹਦੇ ਹਾਂ ਕਿ ਕਿਸ ਤਰੀਕੇ ਜੇ ਤੁਸੀਂ ਛੋਟੇ ਸਾਹਿਬਜ਼ਾਦਿਆਂ ਦਾ ਪੜ੍ਹੋਗੇ ਇਤਿਹਾਸ, ਕਿਉਂਕਿ ਇਤਿਹਾਸ ਦੇ ਵਿੱਚ ਇੱਕ ਜਿਹੜੀ ਇਹਦੀ ਭਾਸ਼ਾ ਸਾਰੀ ਲੈਂਗੁਏਜ ਪਤਾ ਨਹੀਂ ਕੌਣ ਟਰਾਂਸਲੇਟ ਕਰ ਰਿਹਾ, ਬਹੁਤ ਮਾੜੀ ਹੈ। ਪੰਜਾਬੀ ਬੜੀ ਜਿਹੜੀ ਹੈ ਉਸ ਦਰਜੇ ਦੀ ਨਹੀਂ ਜਿਸ ਦੀ ਹੋਣੀ ਚਾਹੀਦੀ ਹੈ। ਇੱਕ ਇਤਿਹਾਸ ਹੁੰਦਾ ਕਿ ਉਹਦੇ 'ਚ ਤਰੀਖਾਂ ਹੁੰਦੀਆਂ, ਉਹਦੇ 'ਚ ਸਥਾਨ ਹੁੰਦਾ, ਉਹਦੇ 'ਚ ਨਾਮ ਹੁੰਦੇ ਆ ਕਿ ਕਿਹੜੇ ਥਾਂ ਦੇ ਉੱਤੇ ਇਤਿਹਾਸ ਦਾ ਮਤਲਬ ਹੀ ਤਾਂ ਬਣਦਾ, ਕਿੰਨੇ ਲੀਡ ਕੀਤਾ, ਕਿੰਨੇ ਕੀ ਹੋਇਆ। ਜੇ ਹੁਣ ਛੋਟੇ ਸਾਹਿਬਜ਼ਾਦਿਆਂ ਦੀ ਤੁਸੀਂ ਸ਼ਹਾਦਤ ਦੀ ਗੱਲ ਕਰਦੇ ਹੋ, ਬੱਚਿਆਂ ਨੂੰ ਜੇ ਤੁਸੀਂ ਪੜਾਉਣੀ ਹੈ ਤੇ ਤੁਸੀਂ ਤੁਹਾਨੂੰ ਸਰਹੰਦ ਦੀ ਦੀਵਾਰ ਵੀ ਬੱਚਿਆਂ ਨੂੰ ਦਿਖਾਉਣੀ ਪਊਗੀ, ਨੀਹਾਂ ਦੇ ਵਿੱਚ ਚਿਣਦੇ ਬੱਚੇ ਵੀ ਦਿਖਾਉਣੇ ਪੈਣਗੇ, ਤੁਹਾਨੂੰ ਮਾਤਾ ਜੀ ਦੇ ਠੰਡੇ ਬੁਰਜ ਦਾ ਹਵਾਲਾ ਵੀ, ਤਾਂ ਜੋ ਬੱਚਿਆਂ ਨੂੰ ਸਮਝ ਲੱਗੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਕਿੰਨੀਆਂ ਮੁਸ਼ਕਿਲਾਂ ਸਹੀਆਂ ਸੀ। ਔਰ ਉੱਥੇ ਜੇ ਤੁਸੀਂ ਸ਼ੇਰ ਮੁਹੰਮਦ ਖਾਨ ਦਾ ਉੱਥੇ ਮਿਕਸ ਕਰੋਗੇ ਤੇ ਤਾਂ ਵੀ ਬੇਇਨਸਾਫੀ ਹੈ। ਜਿਹੜੀ ਬੱਚਿਆਂ ਨੂੰ ਦੱਸਣ ਵਾਲੀ ਗੱਲ ਹੈ ਕਿ ਦੀਵਾਨ ਟੋਡਰਮਲ ਦਾ ਰੋਲ ਕੀ ਹੈ, ਉਹ ਵੀ ਬੜੀ ਇੰਪੋਰਟੈਂਟ ਹੈ। ਮੋਤੀ ਰਾਮ ਮਹਿਰਾ ਜੀ ਦਾ ਰੋਲ ਕੀ ਹੈ, ਉਹ ਵੀ ਬਹੁਤ ਇੰਪੋਰਟੈਂਟ। 4 ਲਾਈਨਾਂ 'ਚ ਨਿਬੇੜਤਾ। ਕਦੀ ਨਫ਼ਰਤ ਵਾਲੀ ਗੱਲ ਤਾਂ ਨਹੀਂ ਦੱਸ ਸਕਦੇ। ਜਿਨ੍ਹਾਂ ਨੇ ਉੱਥੇ ਉਸ ਵੇਲੇ ਮਾਨਵਤਾ ਦੀ ਗੱਲ ਕੀਤੀ, ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਪਹਿਰਾ ਦਿੱਤਾ, ਬੱਚਿਆਂ ਨੂੰ ਦੋ ਸਿਖਾਉਣਾ ਨਾ। ਤੇ ਤੁਸੀਂ ਇੱਥੇ ਕੀ ਲਿਖਦੇ ਪਏ ਹੋ, ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਕੇ ਦੂਸਰੀ ਦੁਨੀਆ ਵਿੱਚ ਚਲੇ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਦੀ ਜਿੰਨੀ ਉਸਤਤ ਕੀਤੀ ਜਾਵੇ ਥੋੜੀ ਹੈ, ਕਿਉਂਕਿ ਉਹਨਾਂ ਨੇ ਆਪਣੇ ਦਾਦਾ ਜੀ ਦੀ ਤਰ੍ਹਾਂ ਸੁੱਖ ਆਰਾਮ ਦੀ ਪਰਵਾਹ ਕੀਤੇ ਬਗੈਰ ਧਰਮਾਂ ਦੀ ਰੱਖਿਆ ਲਈ ਜੀਵਨ ਦਿੱਤਾ। ਸੈਨਾਪਤੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਦੋਨੋਂ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ, ਉਹ ਤਿੰਨਾਂ ਜਾਨਾਂ ਵਿੱਚ ਇੰਨੀ ਸ਼ਹਾਦਤ ਨਾਲ ਲਿਖ ਕੇ ਸ਼ਹਾਦਤਾਂ ਪਹਿਲਾਂ ਆ ਜਾਂਦੀਆਂ ਤੇ ਜਨਮ ਕਦੋਂ ਹੋਇਆ ਬਾਅਦ ਚ। ਚਲੋ ਇਹ ਮੈਂ ਕਹਿੰਦਾ ਕਿ ਇਹ ਉਹਨਾਂ ਦਾ ਵਿਦਵਾਨਾਂ ਦਾ ਕੰਮ ਹੈ, ਉਹ ਦੇਖਣ, ਲੇਕਿਨ ਇਹ ਗਲਤੀਆਂ ਇਹ ਕੋਈ ਮੈਂ ਕੋਈ ਨਾ ਹਿਸਟੋਰੀਅਨ ਨਾ ਮੈਂ ਕੋਈ ਵਿਦਵਾਨ, ਮੈਨੂੰ ਤਾਂ ਇੱਕ ਕਾਮਨ ਮੈਨ ਦੀ ਤਰ੍ਹਾਂ ਜੋ ਚੀਜ਼ਾਂ ਨਹੀਂ ਅੱਛੀਆਂ ਲੱਗਦੀਆਂ ਮੈਂ ਉਹ ਪੁਆਇੰਟ ਆਊਟ ਹੋਈਆਂ। ਜੇ ਇਹਨੂੰ ਉਸ ਨਜ਼ਰ ਨਾਲ ਦੇਖੋਗੇ, ਮੈਂ ਕਿਸੇ ਵਿਦਵਾਨਾਂ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਬੈਠ ਕੇ ਇੰਨੀਆਂ ਗਲਤੀਆਂ ਲਾਈਆਂ ਚ ਇਹ ਸਾਰੀਆਂ, ਤੇ ਕਿਸੇ ਨੂੰ ਵੀ ਤੁਸੀਂ ਦੇਖੋ ਇਹ ਚਾਹੇ ਤੁਸੀਂ ਮੇਨ ਹੀ ਦੱਸੀਆਂ, ਮੈਂ ਸਾਰੀਆਂ ਕਿਉਂਕਿ
ਐਕਸਪਲੇਨ ਕਰਨ ਤੋਂ ਵੀ ਨਹੀਂ। ਹੂੰ ਦੇਖੋ, ਇੱਕ ਮਹੱਤਵਪੂਰਨ ਵਿਅਕਤੀ ਮਲੇਰਕੋਟਲੇ ਦੇ ਪਠਾਨ, ਹੂੰ ਤੁਸੀਂ ਇਤਿਹਾਸ ਪੜ੍ਹਾ ਰਹੇ ਹੋ, ਉਹਦਾ ਨਾਮ ਦਾ ਮਲੇਰਕੋਟਲੇ ਦੇ ਜ਼ਿਕਰ ਨਹੀਂ। ਬਹੁਤ ਪਠਾਨ ਸੀਗੇ, ਹੂੰ ਲੇਕਿਨ ਸ਼ੇਰ ਮੁਹੰਮਦ ਦਾ ਨਾਮ ਕੌਣ ਦੱਸੂਗਾ ਬੱਚਿਆਂ ਨੂੰ? ਵੀ ਮੈਂ ਜਿਹੜੀ ਗੱਲ ਕਰ ਰਿਹਾ ਨਾ ਕਿ ਇਤਿਹਾਸ ਇਹ ਤਾਂ ਐਂ ਲਿਖਿਆ ਵੀ ਜਿਵੇਂ ਕੋਈ ਕਾਗਜ਼ੀ ਕਿਸੇ ਨੂੰ ਕੋਈ ਬਸ ਕਾਰਵਾਈ ਕਰਨੀ ਹੁੰਦੀ, ਵੀ ਜਿਵੇਂ ਅਖਬਾਰ ਦੀ ਖਬਰ ਲਿਖਣੀ ਹੁੰਦੀ ਹੈ, ਉਸ ਤਰ੍ਹਾਂ ਦੀਆਂ ਚੀਜ਼ਾਂ। ਇਹ ਮੈਂ ਸਮਝਦਾ ਕਿ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਆ ਸੁਧਾਈ ਆ ਉਹਦੀ ਲੋੜ ਹੈ, ਜ਼ਰੂਰਤ ਹੈ। ਠੀਕ ਹੈ। ਅੱਛਾ, ਇੱਕ ਗੱਲ ਹੋਰ ਚੀਮਾ ਸਾਹਿਬ, ਆਪਾਂ ਇਹ ਜਿਹੜੀ ਹੁਣ ਕਮੇਟੀ ਦੀ ਗੱਲ ਕਰਦੇ ਹਾਂ, ਠੀਕ ਹੈ, ਇਹ ਅਸੀਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਕਮੇਟੀ ਨੂੰ ਜਿਹੜਾ ਕੰਮ ਦਿੱਤਾ ਗਿਆ ਸੀਗਾ, ਅਸਲ ਦੇ ਵਿੱਚ ਭੰਬਲ ਭੂਸਾ ਇਹ ਪੈ ਰਿਹਾ ਕਿ ਪਹਿਲਾਂ ਤਾਂ ਇਹ ਕਹਿ ਦਿੱਤਾ ਗਿਆ ਸਕੂਲਾਂ ਦੇ ਵਿੱਚ ਕਿ ਜਿਹੜਾ ਪੁਰਾਣਾ ਸਿਲੇਬਸ ਹੈ ਔਰ ਪੁਰਾਣੀਆਂ ਕਿਤਾਬਾਂ ਉਹਨੂੰ ਕੰਟੀਨਿਊ ਕੀਤਾ ਜਾਵੇ। ਸੁਣਨ ਦੇ ਵਿੱਚ ਇਹ ਵੀ ਆਇਆ ਕਿ ਅਧਿਆਪਕਾਂ ਨੇ ਜਦੋਂ ਉਹ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਫਿਰ ਹੁਕਮ ਹੋ ਗਿਆ ਕਿ ਨਹੀਂ, ਅਸੀਂ ਚੈਪਟਰ ਜਿਹੜੇ ਆ ਉਹ ਆਨਲਾਈਨ ਪਾਵਾਂਗੇ, ਤੁਸੀਂ ਉਹ ਪੜ੍ਹਾਉਣਾ। ਅਧਿਆਪਕ ਫਿਰ ਉਹ ਪੜ੍ਹਾਉਣ ਲੱਗੇ। ਹੁਣ ਫਿਰ ਇਹ ਗੱਲਾਂ ਆ ਰਹੀਆਂ ਸਾਹਮਣੇ ਕਿ ਇਹਦੇ ਵਿੱਚ ਵੀ ਹੁਣ ਤਾਈਆਂ ਅਧਿਆਪਕ ਫਿਰ ਭੰਬਲ ਭੂਸੇ 'ਚ ਹੈ। ਮਤਲਬ ਪਹਿਲੀ ਕਿਤਾਬ ਆਈ, ਉਹਦੇ 'ਚ ਗਲਤੀਆਂ, ਉਹ ਵਾਪਸ ਆਈ। ਦੂਜੀ ਕਿਤਾਬ ਕੰਟੀਨਿਊ ਕੀਤੀ, ਉਹ ਖਤਮ ਹੋ ਗਈ, ਆਨਲਾਈਨ ਪਾ ਰਹੇ ਹਾਂ। ਆਨਲਾਈਨ ਪੜ੍ਹਾਉਣ ਵਾਲੀ ਕਿਤਾਬ ਹੋਈ, ਉਹਦੇ ਤੇ ਹੁਣ ਕਿੰਤੂ ਪਰੰਤੂ ਹੋ ਗਿਆ। ਹੁਣ ਅਧਿਆਪਕ ਤੇ ਵਿਦਿਆਰਥੀ ਦੋਵੇਂ ਹੀ ਭੰਬਲ ਭੂਸੇ 'ਚ ਵੀ ਕਰੀਏ ਤਾਂ ਕਰੀਏ ਕੀ? ਮੈਂ ਸਮਝਦਾ ਬਹੁਤ ਬੱਚਿਆਂ ਵਾਸਤੇ ਬਹੁਤ ਔਖਾ ਸਮਾਂ, ਕਿਉਂਕਿ ਇਦਾਂ ਇੱਕ ਮੈਂਟਲ ਟੌਰਚਰ ਬੱਚਿਆਂ ਵਾਸਤੇ ਵੀ, ਅਧਿਆਪਕ ਵਾਸਤੇ ਵੀ। ਪਹਿਲੀ ਤਾਂ ਗੱਲ, ਤੁਹਾਡੀ ਕਿਤਾਬ ਤਿਆਰ ਹੀ ਨਹੀਂ ਹੋਣੀ, ਕਿਉਂਕਿ ਨਿਬੜ ਨਹੀਂ ਸਕਣੀ। ਕੰਮ ਤਾਂ ਪੂਰਾ ਹੋ ਗਿਆ, ਨਵੰਬਰ ਤੇ ਦਸੰਬਰ 2 ਮਹੀਨੇ ਰਹਿ ਗਏ। ਜੇ ਹੁਣ ਤੁਸੀਂ ਦਿਨ ਰਾਤ ਕਿਤੇ ਲਾ ਕੇ ਕਿਸੇ ਨੂੰ ਲਿਖਾ ਕੇ ਭੇਜ ਵੀ ਦਿਓਗੇ ਤਾਂ ਉਹਨਾਂ ਕੋਲ 2 ਮਹੀਨੇ 'ਚ 6 ਚੈਪਟਰ ਉਹਨਾਂ ਤੋਂ ਕਵਰ ਵੀ ਨਹੀਂ ਹੋਣੇ, ਕਰਵਾਏ ਨਹੀਂ, ਕਵਰ ਨਹੀਂ ਹੋਣੇ ਚਾਹੀਦੇ ਜਿਹੜੇ ਬੱਚਿਆਂ ਕੋਲ। ਟੀਚਰਾਂ ਨੇ ਇਸ ਗੱਲ ਦੇ, ਮੈਨੂੰ ਵੀ ਟੀਚਰਾਂ ਨੇ ਕਈਆਂ ਨੇ ਚਿੱਠੀਆਂ ਲਿਖੀਆਂ, ਜਿਹੜੀ ਗੱਲ ਤੁਸੀਂ ਕਰਦੇ ਪਏ ਹੋ ਕਿ ਸਾਡਾ ਬਹੁਤ ਮੰਦਾ ਹਾਲ ਹੈ, ਸਾਡੀ ਤਾਂ ਸੁਣਦਾ ਕੋਈ ਨਹੀਂ, ਤੁਸੀਂ ਸਾਡੀ ਆਵਾਜ਼ ਉਠਾਓ। ਕਿਉਂਕਿ ਇਹ ਕਦੀ ਅੱਜ ਤੱਕ ਨਹੀਂ ਹੋਇਆ। ਜੇ ਕਿਤਾਬ ਨਹੀਂ ਤਿਆਰ ਹੋਈ ਤੇ 70 ਸਾਲਾਂ ਤੋਂ ਕਿਤਾਬਾਂ ਚੱਲਦੀਆਂ ਪਈਆਂ। ਤੁਸੀਂ ਉਹ ਕਿਤਾਬਾਂ ਬੱਚਿਆਂ ਨੂੰ 1 ਸਾਲ ਹੋਰ ਪੜ੍ਹ ਲੈਣਗੇ ਤਾਂ ਹੁਣ ਕੋਈ ਪਹਾੜ ਨਹੀਂ ਡਿੱਗਣ ਲੱਗਿਆ। ਤੁਸੀਂ ਆਰਾਮ ਨਾਲ ਅਸੀਂ ਤਾਂ ਕਹਿੰਦੇ ਤਿਆਰ ਕਰਾਓ, ਵਧੀਆ ਕਿਤਾਬ ਤਿਆਰ ਕਰਾਓ, ਲੇਕਿਨ ਤਿਆਰ ਤਾਂ ਕਰਾਓ। ਤਿਆਰੀ ਤੁਹਾਡੀ ਹੈ ਕੋਈ ਨਹੀਂ। ਮੈਂ ਕਿਹਾ ਵੀ ਹਿੰਦੀ ਦਾ ਜਿਵੇਂ ਹਾਲੇ ਤੱਕ ਕੋਈ ਤੁਸੀਂ ਚੈਪਟਰ ਟ੍ਰਾਂਸਲੇਟ ਨਹੀਂ ਕੀਤਾ, ਤੇ ਬੱਚਿਆਂ ਨੂੰ ਤੁਸੀਂ ਸਬਜੈਕਟ ਦਿਵਾਤੇ ਆ, ਥੱਲੇ ਅਧਿਆਪਕ ਬੈਠੇ ਆ, ਤਨਖਾਹ ਲੈ ਰਹੇ ਆ, ਬੱਚੇ ਬੈਠੇ ਆ, ਫੀਸਾਂ ਭਰ ਰਹੇ ਆ, ਤੇ ਉਹਨਾਂ ਕੋਲੇ ਪੜ੍ਹਨ ਨੂੰ ਜਿਹੜੀਆਂ ਕਿਤਾਬਾਂ ਨਹੀਂ ਹੈਗੀਆਂ, ਤੇ ਬੱਚੇ ਕਿੱਥੇ ਜਾਣਗੇ? ਚਲੋ, ਮੇਰੇ ਕੋਲ ਇੱਕ ਆਖਰੀ ਸਵਾਲ ਹੈ ਚੀਮਾ ਸਾਹਿਬ, ਆਪਣੇ ਕੋਲ ਟਾਈਮ ਘੱਟ ਹੈ। ਬੀਇੰਗ ਅ ਸਿੱਖਿਆ ਮੰਤਰੀ ਤੁਸੀਂ ਰਹੇ ਹੋ, ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ, ਪੁੱਛਣਾ ਚਾਹੁੰਦਾ ਵੀ ਇਸ ਸਮੱਸਿਆ ਦਾ ਹੱਲ ਕੀ ਹੈ? ਕਿਉਂਕਿ ਸਮਾਂ ਹੁਣ ਬਹੁਤ ਘੱਟ ਹੈਗਾ। ਉਸ ਸਮੇਂ ਦੇ ਵਿੱਚ ਨਵੀਂ ਕੋਈ ਕਿਤਾਬ ਆਵੇ, ਨਵਾਂ ਕੋਈ ਸਿਲੇਬਸ ਆਵੇ, ਜਿੱਦਾਂ ਤੁਸੀਂ ਦਰਜਨਾਂ ਗਲਤੀਆਂ ਕੱਢਤੀਆਂ, ਉਹ ਗਲਤੀਆਂ ਮੈਂ ਸਮਝਦਾ ਹਾਲੇ ਜੇ ਤੁਸੀਂ ਸਾਰਾ ਡਿਸਕਸ ਕਰਨਾ ਹੋਵੇ, ਹਾਂ, ਫਿਰ ਤਾਂ ਸਾਰਾ ਦਿਨ ਹੀ ਲੱਗ ਜਾਏਗਾ, ਸਾਰਾ ਦਿਨ ਲੱਗ ਜਾਏਗਾ। ਹਾਂ, ਤਾਂ ਮਤਲਬ ਮੋਟੀਆਂ ਚੀਜ਼ਾਂ ਤੁਹਾਡੇ ਨਾਲ ਇਹ ਹੁਣ ਤਾਈਆਂ ਜਦ ਤੱਕ ਠੀਕ ਹੋਣੀਆਂ ਤਦ ਤੱਕ ਤਾਂ ਲੱਗਦਾ ਅਗਲਾ ਸੈਸ਼ਨ ਵੀ ਨਿਕਲ ਜਾਣਾ। ਪਹਿਲੀ ਤਾਂ ਗੱਲ ਹੈ ਇਹ ਕ੍ਰਿਮੀਨਲ ਨੈਗਲੀਜੈਂਸ। ਦੇਖੋ, ਮੇਰਾ ਲਫ਼ਜ਼ ਸਖਤ ਜ਼ਰੂਰ ਆ, ਪਰ ਮੈਂ ਸਮਝਦਾ ਸਿੱਖਿਆ ਮੰਤਰੀ ਨੂੰ ਨੈਤਿਕ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇਣਾ ਚਾਹੀਦਾ। ਅੱਜ ਜੇ ਕੋਈ ਕੋਰਟ ਦੇ ਵਿੱਚ ਚਲਾ ਜਾਵੇ ਵੀ ਇਹ ਕਵੇ ਜਾ ਕੇ ਕਿ ਬੱਚੇ ਸਾਡੇ ਅਪ੍ਰੈਲ ਤੋਂ ਸਾਲ ਸ਼ੁਰੂ ਹੋਇਆ ਤੇ 8 ਮਹੀਨੇ ਹੋ ਗਿਆ, ਬੋਰਡ ਨੇ ਕਿਤਾਬ ਨਹੀਂ ਦਿੱਤੀ, ਬੋਰਡ ਦਾ ਚੇਅਰਮੈਨ ਡਿਸਮਿਸ ਹੋਣਾ ਚਾਹੀਦਾ ਮਿਨੀਮਮ। ਕਿਉਂਕਿ ਕਾਹਦੇ ਵਾਸਤੇ ਤੁਸੀਂ ਬੈਠੇ ਕੁਰਸੀਆਂ ਲੜਨ? ਅਫਸਰ ਸਾਰੇ ਇਹਦੇ ਵਾਸਤੇ ਅਕਾਊਂਟੇਬਲ ਹੋਣੇ ਚਾਹੀਦੇ। ਔਰ ਇਹਦਾ ਸਰਕਾਰ ਨੂੰ ਐਮਰਜੈਂਸੀ, ਮੈਂ ਤਾਂ ਕਹਿੰਦਾ ਕੈਬਨਿਟ ਨੂੰ ਬੈਠ ਕੇ, ਇਹ ਜਿਹੜਾ ਐਡੀ ਵੱਡੀ ਕੋਈ ਨਾਰਮਲ ਗਲਤੀਆਂ ਨਹੀਂ ਹੈਗੀਆਂ, ਬੜੀ ਵੱਡੀ ਸਾਜ਼ਿਸ਼ ਹੈ। ਸਾਰੀ ਕੈਬਨਿਟ ਨੂੰ ਬੈਠ ਕੇ ਤੇ ਵੱਡਾ ਫੈਸਲਾ ਲੈਣਾ ਚਾਹੀਦਾ। ਜਿਹਦੀ ਵੀ ਗਲਤੀ ਹੈ, ਜੋ ਬਣਦੀ ਹੈ, ਕਿਉਂਕਿ ਜੇ ਇੱਕ ਲਫ਼ਜ਼ ਕੋਈ ਬਾਹਰ ਗਲਤ ਕਿਤੇ ਕਰ ਦੇਵੇ ਤਾਂ 295 ਦਾ ਪਰਚਾ ਦਰਜ ਹੋ ਜਾਂਦਾ। ਤੇ ਤੁਸੀਂ ਸਾਰਿਆਂ ਦੀਆਂ ਭਾਵਨਾਵਾਂ ਕੀ ਹਰਟ ਕਰਨੀਆਂ? ਤੁਸੀਂ ਤਾਂ ਛੱਡੇ ਕੱਖ ਨਹੀਂ। ਬੇਰਹਿਮੀ ਦੇ ਨਾਲ ਚੀਜ਼ਾਂ ਤੁਸੀਂ ਜਿਹੜੀਆਂ ਲਿਖੀਆਂ ਨੇ, ਤੇ ਜਿਹੜਾ ਪੜ੍ਹਨ ਵਾਲਾ ਹੈਗਾ ਉਹਦੇ ਮਨ ਦੇ ਉੱਤੇ ਕੀ ਬੀਤੀ ਹੋਵੇਗੀ? ਹਾਲੇ ਤਾਂ ਲੋਕਾਂ ਕੋਲ ਇਹ ਗੱਲਾਂ ਪਹੁੰਚੀਆਂ ਨਹੀਂ, ਜਦੋਂ ਪਹੁੰਚਣਗੀਆਂ ਤੇ ਫਿਰ ਲੋਕੀ ਇਹਨਾਂ ਤੋਂ ਜਵਾਬ ਮੰਗਣਗੇ ਵੀ ਤੁਸੀਂ ਦੱਸੋ ਵੀ ਤੁਸੀਂ ਇਤਿਹਾਸ ਤੇ ਸਾਡੇ ਪੱਲੇ ਕੀ ਛੱਡਿਆ। ਇੱਕ ਲਫ਼ਜ਼ ਕਿਸੇ ਕੋ ਬੋਲਦੇ ਗਲਤੀ ਹੋ ਜਾਏ ਤੇ ਇੰਨਾ ਰੌਲਾ ਪੈਂਦਾ ਕਿ ਇਹਨੂੰ ਅਕਾਲ ਤਖਤ ਤੇ ਸੱਦਿਆ ਜਾਵੇ, ਇਹਨੂੰ ਤਨਖਾਹ ਲਾਈ ਜਾਵੇ, ਇੱਥੇ ਕੇਸ ਦਰਜ ਕੀਤਾ ਜਾਵੇ 295 ਦਾ, ਔਰ ਤੁਸੀਂ ਲਿਖਤੀ ਰੂਪ ਦੇ ਵਿੱਚ ਸਾਰਾ ਇਤਿਹਾਸ ਖਰਾਬ ਕਰ ਰਹੇ। ਔਰ ਕਿਤੇ ਕੋਈ ਜਿਹੜੀ ਹੈਗੀ ਆ ਬੱਚਿਆਂ ਨੂੰ ਜਿਹੜੀ ਅਸਲੀ ਚੀਜ਼ਾਂ ਦੱਸਣੀਆਂ, ਉਹ ਕਿਤੇ ਵੀ ਉਹਨਾਂ ਚੀਜ਼ਾਂ ਦਾ ਕੋਈ ਜ਼ਿਕਰ ਨਹੀਂ ਹੈ। ਨਾ ਕੋਈ ਮੋਟੀਵੇਟਡ ਚੀਜ਼ ਹੈਗੀ ਹੈ, ਨਾ ਕੋਈ ਸਿਧਾਂਤਕ ਚੀਜ਼ ਹੈਗੀ ਹੈ, ਨਾ ਹੀ ਕੋਈ ਸਾਰਥਕ ਹੈ। ਸਭ ਕੁਝ ਨੈਗੇਟਿਵ ਤੁਹਾਨੂੰ ਜ਼ਿਆਦਾ ਨਜ਼ਰ ਆ ਰਿਹਾ। ਔਰ ਜਿਨ੍ਹਾਂ ਚੀਜ਼ਾਂ ਦੇ ਹਵਾਲੇ ਦਿੱਤੇ ਜਾ ਰਹੇ ਹਨ, ਔਰ ਹਵਾਲੇ ਦੇਣ ਵਾਲਾ ਤਾਂ ਬਹੁਤ ਸਮਾਨ ਪਿਆ। ਦੇਖੋ ਨਾ, ਮਤਲਬ ਸਾਰਥਕ ਚੀਜ਼ਾਂ ਦੇ ਵੀ ਹਵਾਲੇ ਦਿੱਤੇ ਜਾ ਸਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਤੁਸੀਂ ਸ਼ਹੀਦੀ ਡਿਸਕਸ ਕਰ ਰਹੇ ਹੋ। ਤੁਸੀਂ ਪੰਡਿਤ ਕਿਰਪਾ ਰਾਮ ਜਦੋਂ ਚੱਲ ਕੇ ਆਏ ਉੱਥੇ, ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਤੁਸੀਂ ਡੇਟ ਨਹੀਂ ਦੱਸ ਰਹੇ, ਤੁਸੀਂ ਪੰਡਿਤ ਕਿਰਪਾ ਰਾਮ ਦਾ ਨਾਮ ਨਹੀਂ ਦੱਸ ਰਹੇ, ਤੁਸੀਂ ਕਸ਼ਮੀਰ ਦਾ ਗਵਰਨਰ ਕੌਣ ਸੀ ਉਸ ਵੇਲੇ, ਸ਼ੇਰ ਅਫਗਾਨ, ਉਹਦਾ ਨਾਮ ਨਹੀਂ ਦੱਸ ਰਹੇ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਰਾਏ ਦਿੱਤੀ ਬਚਪਨ ਦੇ ਵਿੱਚ ਆਪਣੇ ਪਿਤਾ ਨੂੰ, ਐਡੀ ਵੱਡੀ ਪ੍ਰੇਰਨਾ ਦਿੱਤੀ, ਉਹਦਾ ਜ਼ਿਕਰ ਨਹੀਂ ਕਰ ਰਹੇ। ਤੁਸੀਂ ਲੁਕਾ ਕਿਉਂ ਰਹੇ ਹੋ ਸਾਰੀਆਂ ਚੀਜ਼ਾਂ? ਫਿਰ ਦੱਸਣਾ ਕੀ ਹੈ ਬੱਚਿਆਂ ਨੂੰ? ਮਤਲਬ ਚੀਜ਼ਾਂ ਇਹਦੇ ਤੇ ਦੇਸ਼ ਦੀ, ਸਾਡੇ ਦੀ ਫਾਊਂਡੇਸ਼ਨ ਖੜੀ ਹੈ।
ਕਿ ਉੱਥੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਲੀਦਾਨ ਦੇਣ ਦਾ ਫੈਸਲਾ ਕੀਤਾ ਸੀ। ਇਹ ਜਿਹੜੇ ਬੱਚੇ ਨੂੰ ਗੱਲ ਸਮਝ ਲੱਗ ਜਾਂਦੀ ਹੈ ਉਹਨੂੰ ਸਾਰੀ ਉਮਰ ਸੈਕੂਲਰਿਜ਼ਮ ਸਿਖਾਉਣ ਦੀ ਲੋੜ ਨਹੀਂ ਪੈਂਦੀ। ਇਸ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਏਗੀ। ਕੱਲ ਨੂੰ ਕੋਈ ਬੱਚਾ ਕਹੇਗਾ ਵੀ ਤੁਸੀਂ ਤਾਂ ਸਾਨੂੰ ਗਲਤ ਇਤਿਹਾਸ ਪੜ੍ਹਾਉਂਦੇ ਰਹੇ, ਹਾਲੇ ਤੱਕ ਸਾਨੂੰ ਤਾਂ ਕਿਤਾਬਾਂ 'ਚ ਇਹ ਇਤਿਹਾਸ ਦਿਖਾਇਆ ਗਿਆ। ਨਹੀਂ, ਹੁਣ ਜਦੋਂ ਸਰਕਾਰ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੀ ਛੁੱਟੀ ਕਰਿਆ ਕਰੇਗੀ, ਬੱਚੇ ਪੁੱਛਿਆ ਕਰਨਗੇ ਵੀ ਸ਼ਹੀਦੀ ਹੋਈ ਤਾਂ ਹੈ ਨਹੀਂ, ਛੁੱਟੀ ਕਰ ਦਿੱਤੀ। ਇਹੀ ਪੁੱਛਿਆ ਕਰਨਗੇ ਨਾ। ਇਸ ਤਾਂ ਗੁਰਦੁਆਰੇ ਉੱਥੇ ਹੋਰ ਬੋਲੀ ਜਾਂਦੇ ਸੀਗੇ ਤੇ ਉੱਥੇ ਸਾਡੀ ਕਿਤਾਬ 'ਚ ਤਾਂ ਲਿਖਿਆ ਸ਼ਹੀਦੀ ਹੈ ਨਹੀਂ। ਸੋ ਬਹੁਤ ਵੱਡਾ ਇਹ ਵਿਵਾਦ ਹੈਗਾ ਔਰ ਇਸ ਵਿਵਾਦ ਨੂੰ ਹੱਲ ਕਰਨਾ ਬੜਾ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ, ਇਹ ਸਾਰੀਆਂ ਗੱਲਾਂ ਤੁਸੀਂ ਸਪਸ਼ਟ ਕੀਤੀਆਂ ਨੇ ਔਰ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਪੁਆਇੰਟ ਆਊਟ ਕੀਤੇ ਗਏ ਸੀ ਪੁਆਇੰਟ, ਇਹ ਤਾਂ ਮੈਨੂੰ ਲੱਗਦਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਜਿਹੜੀਆਂ ਇਹ ਚੀਜ਼ਾਂ ਇਹਦੇ ਵਿੱਚ ਕੀਤੀਆਂ ਗਈਆਂ ਨੇ। ਗੁਰੂ ਸਾਹਿਬ ਦੀ ਸ਼ਹਾਦਤ ਤੇ ਕਿੰਤੂ ਪਰੰਤੂ ਕਰਨਾ, ਗੁਰੂ ਸਾਹਿਬ ਦੀ ਸ਼ਖਸੀਅਤ ਤੇ ਕਿੰਤੂ ਪਰੰਤੂ ਕਰਨਾ, ਉਹਨਾਂ ਦੀ ਯੁੱਧ ਕਲਾ ਤੇ ਕਿੰਤੂ ਪਰੰਤੂ ਕਰਨਾ, ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਔਰ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਕੌਣ ਦੇਗਾ ਔਰ ਕਦੋਂ ਤੱਕ ਦੇਗਾ, ਇਸ ਦਾ ਇੰਤਜ਼ਾਰ ਰਹੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।